ਉਹਨਾਂ ਲੋਕਾਂ ਦੇ ਪੈਰਾਂ ਤੇ ਪੈਰ ਰੱਖ ਕੇ ਇਹ ਕੋਸ਼ਿਸ਼ ਕੀਤੀ ਕਿ ਪੰਜਾਬੀ ਜ਼ਬਾਨ ਨੂੰ ਉਹ ਮੁਕਾਮ ਹਾਸਲ ਹੋ ਸਕੇ। ਤਾਰੀਖ ਦਾ ਰੁਖ ਮੋੜਦਾ ਹੈ, ਤਾਰੀਖ ਦਾ ਰੁਖ ਮੁਤੱਯਨ ਕਰਦਾ ਹੈ। ਜਿੰਨੀ ਡੂੰਘੀ ਗੱਲ ਪੰਜਾਬੀ ਸ਼ਾਇਰੀ 'ਚ ਉਹ ਦੁਨੀਆ ਦੀ ਕਿਸੇ ਜ਼ਬਾਨ ਦੇ ਵਿੱਚ ਨਹੀਂ। ਸਾਨੂੰ ਇਹ ਹੱਕ ਵੀ ਨਹੀਂ ਦੇਣਾ ਚਾਹੁੰਦਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਪ੍ਰੈਕਟਿਸ ਕਰ ਸਕੀਏ, ਬੋਲ ਸਕੀਏ। ਉੱਥੇ ਪੰਜਾਬੀ ਦੀ ਗੱਲ ਕਰਨੀ ਔਰ ਉਦੋਂ ਕਰਨੀ ਜਦੋਂ ਐਮਕੇਐਮ ਆਪਣੇ ਜੋਬਨ ਤੇ ਜਵਾਨੀ ਤੇ ਸੀ। ਆਪਣੀ ਜ਼ਬਾਨ ਉਹਨੂੰ ਓਪਰੀ ਲੱਗੇਗੀ ਕਿਉਂਕਿ ਤੁਸੀਂ ਉਹਨੂੰ ਪੜ੍ਹਾਈ ਨਹੀਂ ਉਹ ਸਕੂਲ ਦੇ ਵਿੱਚ। ਪੰਜਾਬੀ ਬੋਲੀ ਹੋਵੇ ਜਾਂ ਸਾਡੀ ਇਸ ਧਰਤੀ ਦੇ ਦੀਗਰ ਮਾਮਲਾਤ ਹੋਣ, ਸਾਡਾ ਇੱਕ ਵੱਡਾ ਮਸਲਾ ਖੋਜ ਦਾ ਰਿਹਾ ਹੈ, ਜਿਹਨੂੰ ਅਸੀਂ ਰਿਸਰਚ ਜਾਂ ਪਰਖ ਕਹਿ ਲਓ ਜਾਂ ਤਹਿਕੀਕ ਕਹਿ ਲਓ। ਸਾਡੇ ਇੱਥੇ ਸਾਡੇ ਮੁਲਕ ਦੇ ਲੋਕਾਂ ਨੇ ਤਹਿਕੀਕ ਦੇ ਮਾਮਲੇ ਦੇ ਵਿੱਚ ਹਮੇਸ਼ਾ ਤੰਗ ਦਾਮਨੀ ਦਾ ਸਬੂਤ ਦਿੱਤਾ ਹੈ। ਅੱਜ ਰੋਜ਼ਵਾਰ ਭੁਲੇਖਾ ਦੀ 35ਵੀਂ ਵਰ੍ਹੇਗੰਢ ਸਾਲਗਿਰਾ ਜਦ ਮਨਾਈ ਜਾ ਰਹੀ ਹੈ, ਤੇ ਸਾਡੇ ਕੋਲ ਸਾਡੀ ਇਸ ਮਹਿਫਿਲ ਦੇ ਵਿੱਚ, ਸਾਡੇ ਇਸ ਇਕੱਠ 'ਚ ਇੱਕ ਐਸੇ ਮੁਹੱਕਿਕ ਮੌਜੂਦ ਨੇ ਜਿਨ੍ਹਾਂ ਨੇ ਇਸ ਪੰਜ ਦਰਿਆਵਾਂ ਦੀ ਧਰਤੀ ਦੇ ਕਲਚਰ ਵਾਸਤੇ, ਇਹਦੀ ਤਾਰੀਖ ਵਾਸਤੇ, ਇਸ ਧਰਤੀ ਨੇ ਜਿਹੜੇ ਵੱਡੇ ਲੋਕ ਪੈਦਾ ਕੀਤੇ, ਉਹਨਾਂ ਦੀ ਸ਼ਖਸੀਆਤ ਨੂੰ ਨਵੇਂ ਸਿਰੇ ਤੋਂ ਤਲਾਸ਼ ਕਰਕੇ, ਖੋਜ ਕਰਕੇ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ। ਇਫਤਿਖਾਰ ਵੜਾਇਚ ਕਾਲਰਵੀ ਜੀ, ਮੈਂ ਸਭ ਤੋਂ ਪਹਿਲੇ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਉਣ ਤੇ ਗੱਲਬਾਤ ਸ਼ੁਰੂ ਕਰਨ। ਬਿਸਮਿਲ੍ਲਾ ਜੀ। ਜੰਗਲ ਬੇਲੇ ਨੱਚਣ ਲੱਗੇ, ਸੇਕ ਨਾ ਜਾਏ ਝੱਲਿਆ, ਮੁਗਲਾਂ ਨੂੰ ਲੱਦੀ ਦੇ ਜਾਏ, ਤੋੜ ਸਨੇਹਾ ਘੱਲਿਆ। ਸੁਣੋ ਚੁਗੱਤਿਓ, ਲੈਂਦੀ ਰਾਵੀ ਮੇਰੀ ਤੇ ਮੈਂ ਉਹਦਾ, ਇੱਧਰ ਨਾ ਟੱਪਿਆ ਜੇ ਅੱਜ ਤੂੰ ਕੋਈ ਲੁੱਚਾ ਸ਼ੋਧਾ। ਤੇ ਸ਼ਹਿਨਸ਼ਾਹਾਂ ਦੇ ਹਾਥੀ ਜੱਟਾਂ ਸੁੰਡਾਂ ਵੱਢ ਵੰਜਾਏ, ਤੇ ਸ਼ਹਿਰ ਦੇ ਲਾਲ ਹੁਸੈਨ ਨੇ ਨੱਚ ਨੱਚ ਬੁਰਜ ਹਲਾਏ। ਜੀ ਮੈਂ ਬੜਾ ਥੋਰਾਇਤਾ ਆਪਣੇ ਭਾਈ ਨਦੀਮ ਰਜ਼ਾ ਸਾਹਿਬ ਦਾ ਕਿ ਉਹਨਾਂ ਨੇ ਪੰਜਾਬੀ ਦੇ ਬਰੇ ਸਗੀਰ ਦੇ ਵਿੱਚ ਬਹੁਤ ਵੱਡੇ ਇੱਕ ਅਖਬਾਰ ਭੁਲੇਖਾ ਦੀ 35ਵੀਂ ਵਰ੍ਹੇਗੰਢ ਦੀ ਇਸ ਬੈਠਕ ਦੇ ਵਿੱਚ ਮੈਨੂੰ ਵੀ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਹੈ। ਜਿਵੇਂ ਕਿ ਉਹ ਆਪ ਦੱਸ ਰਹੇ ਸਨ ਕਿ ਪੱਤਰਕਾਰੀ ਜਾਂ ਅਖਬਾਰ ਜਿਹੜਾ ਹੈ ਉਹ ਕਿਸੇ ਵੀ ਦੇਸ਼ ਜਾਂ ਕਿਸੇ ਵੀ ਵਸੇਬ ਦਾ ਨਾ ਸਿਰਫ ਚਿਹਰਾ ਮੋਹਰਾ ਹੁੰਦਾ ਹੈ, ਬਲਕਿ ਉਹਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਇੱਕ ਬਹੁਤ ਵੱਡਾ ਨਕਾਰਚੀ ਵੀ ਹੁੰਦਾ ਹੈ। ਸਾਡੇ ਪੰਜਾਬ ਦੇ ਵਿੱਚ ਇਸ 77 ਸਾਲਾ ਦੌਰ ਦੇ ਵਿੱਚ ਖਾਸ ਮਕਾਸਦ ਦੇ ਤਹਿਤ ਸਾਡੀ ਸਕਾਫਤ, ਸਾਡੇ ਹੀਰੋਜ਼, ਸਾਡੀ ਸਹਾਫਤ, ਸਾਡੇ ਵਸੇਬ ਤੇ ਖਾਸ ਕਰਕੇ ਸਾਡੀ ਮਾਦਰੀ ਜ਼ਬਾਨ ਪੰਜਾਬੀ ਨੂੰ ਸਰਕਾਰੀ ਤੇ ਦਰਬਾਰੀ, ਤਾਲੀਮੀ ਤੇ ਅਦਾਲਤੀ ਜ਼ਬਾਨ ਨਹੀਂ ਬਣਨ ਦਿੱਤਾ ਗਿਆ। ਇਹਨਾਂ ਮੰਦੇ ਹਾਲਾਂ ਦੇ ਵਿੱਚ ਅਸਾਂ ਜਿਹੜੇ ਜੀ ਵੇਖੇ ਨੇ ਪਿਛਲਿਆਂ 3-4 ਦਸ਼ਕਾਂ ਵਿੱਚ, तो चंद एक जने ऐसे सामने आए ने जिन्हां ने अपनी हयाती का मकसद ये बना लिया है कि अपनियां नवीं पनीरियां तक हज़रत सुल्तान अल आरफीन, हज़रत सुल्तान बाहू ते हज़रत बाबा नानक दी बोली पंजाबी पछाणा। क्योंकि अखबार भी इत्थे एक सज्जन अखबार निकलता रहा है, अलियास घुमन साहब ते उन्हां दे चंद साथी जिहड़े ने
ਉਹਨਾਂ ਨੇ ਜਹਿਦ ਕਰਕੇ ਉਹ ਕੁਝ ਚਿਰ ਚਲਾਇਆ, ਲੇਕਿਨ ਢੇਰ ਸਾਰੇ ਮਸਾਇਲ ਆੜੇ ਆਏ। ਉਸ ਤੋਂ ਬਾਅਦ 1999 ਤੋਂ ਮੁਦੱਸਰ ਇਕਬਾਲ ਭੱਟ ਸਾਹਿਬ ਜਿਹੜੇ ਨੇ ਉਹ ਇਸ ਪੰਜਾਬੀ ਅਖਬਾਰ ਭੁਲੇਖਾ ਨੂੰ ਬੜੀ ਇਕਸਾਰਤਾ ਨਾਲ ਰੋਜ਼ਵਾਰ ਛਾਪ ਰਹੇ ਨੇ। ਇਹ ਸਾਡੇ ਇਸ ਵਾਘੇ ਉਰਲੇ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਹੈ ਜਿਹਦੀ ਦੂਜ ਪੇਸ਼ ਕਰਨੀ ਔਖੇਰੀ ਹੈ। ਤੇ ਇਹਨਾਂ ਦਾ ਯਤਨ ਵੇਖ ਕੇ, ਇਹਨਾਂ ਦੀ ਦ੍ਰਿੜਤਾ ਤੇ ਇਹਨਾਂ ਦਾ ਸੰਘਰਸ਼ ਵੇਖ ਕੇ ਮੈਨੂੰ ਆਪਣੀ ਚਨਾਬ ਨਦੀ ਦੇ ਦੁਆਲੇ ਜਿਹੜੇ ਵੱਡੇ ਮਹਾਨ ਪੱਤਰਕਾਰ ਹੋਏ ਨੇ, ਲਾਲਾ ਖੁਸ਼ਹਾਲ ਚੰਦ ਖੋਰਸੰਦ, ਸੈयद ਹਬੀਬ ਅਲੀ ਸ਼ਾਹ ਤੇ ਦੀਵਾਨ ਸਿੰਘ ਮਫਤੂਨ ਚੇਤੇ ਆ ਰਹੇ ਨੇ ਕਿ ਸਾਡਾ ਇਹ ਵੱਡਾ ਵੀਰ ਭਰਾ ਅਲਹਮਦੁਲਿਲਾ ਉਹਨਾਂ ਦੇ ਪੈਰਾਂ ਤੇ ਪੈਰ ਰੱਖਦਾ ਹੋਇਆ ਪੰਜਾਬ ਦੀਆਂ ਨਵੀਆਂ ਨਸਲਾਂ ਲਈ ਇੱਕ ਐਸਾ ਇਤਿਹਾਸ ਰਕਮ ਕਰ ਰਿਹਾ ਹੈ ਜਿਹਦੀ ਉਦਾਹਰਨ ਪੂਰੇ ਹਿੰਦ ਸਿੰਧ ਦੇ ਵਿੱਚ ਮਿਲਣਾ ਮਹਾਲ ਹੈ। ਗੱਲਾਂ ਕਰਨ ਨੂੰ ਤੇ ਹੋਰ ਵੀ ਬਥੇਰੀਆਂ ਨੇ, ਲੇਕਿਨ ਮੇਰੇ ਕਾਇਦੀਨ ਨੇ ਤੁਹਾਡੇ ਨਾਲ ਹਮ ਕਲਾਮ ਹੋਣਾ ਹੈ, ਇਸ ਲਈ ਮੈਂ ਇਜਾਜ਼ਤ ਚਾਹੁੰਦਾ ਆਪਣੇ ਇਸ ਚੋ ਮਿਸਰੇ ਤੋਂ ਬਾਅਦ ਕਿ ਮੈਂ ਪੁੱਤਰ ਦੇਸ਼ ਪੰਜਾਬ ਦਾ ਤੇ ਯਾ ਅਲੀ ਦਾ ਮਲੰਗ, ਮੈਂ ਮਿੱਤਰ ਯਾਰ ਫਰੀਦ ਦਾ ਤੇ ਵਾਰਸ ਮੇਰੇ ਸੰਗ, ਮੈਂ ਲਲਕਰ ਦੁੱਲੇ ਸ਼ੇਰ ਦੀ ਮੇਰੇ ਪੋਰਸ ਵਰਗੇ ਢੰਗ ਤੇ ਮੈਂ ਚਾਕਰ ਹਸਨ ਹੁਸੈਨ ਦਾ ਮੇਰੀ ਨਾਲ ਯਜ਼ੀਦਾਂ ਜੰਗ। ਮਿਹਰਬਾਨੀ ਜੀ। ਇਫਤਿਖਾਰ ਵੜਾਇਚ ਕਾਲਰਵੀ ਜੀ ਬਹੁਤ ਸੋਹਣੀ ਗੱਲਬਾਤ ਕਰ ਰਹੇ ਸਨ। ਸਾਡੇ ਕੋਲ ਸਾਡੀ ਇਸ ਮਹਿਫਲ ਦੇ ਵਿੱਚ, ਸਾਡੇ ਇਸ ਇਕੱਠ 'ਚ ਇੱਕ ਅਜਿਹੇ ਸਹਾਫੀ ਮੌਜੂਦ ਨੇ ਜਿਨ੍ਹਾਂ ਨੇ ਲਿਖਣ ਪੜ੍ਹਨ ਦੀ ਰੀਤ ਨੂੰ ਕਾਇਮ ਰੱਖਿਆ ਹੈ, ਅਗਾਂਹ ਵਧਾਇਆ ਹੈ। ਬਹੁਤ ਥੋੜ੍ਹੇ ਅੱਜ ਕੱਲ੍ਹ ਤੇ ਗਿਣੇ ਚੁਣੇ ਪੱਤਰਕਾਰ ਨੇ, ਬੋਲਣ ਵਾਲੇ ਸਹਾਫੀ ਨੇ ਜਿਹੜੇ ਕਿਤਾਬ ਨਾਲ ਵੀ ਜੁੜੇ ਹੋਏ ਨੇ। ਫੈਜ਼ ਸਾਹਿਬ ਦੀ ਗੱਲ ਹੋਵੇ, ਸੂਫੀ ਤਬਸਮ ਸਾਹਿਬ ਦੀ ਗੱਲ ਹੋਵੇ ਜਾਂ ਅਹਿਮਦ ਨਦੀਮ ਕਾਸਮੀ ਹੋਰਾਂ ਦੀ ਗੱਲ ਹੋਵੇ, ਜਿਹੜੇ ਲੋਕ ਸਹਾਫਤ ਔਰ ਅਦਬ ਨੂੰ, ਲਿਟਰੇਚਰ ਨੂੰ ਇਕੱਠ ਕਰਕੇ ਇੱਕ ਨਾਲ ਲੈ ਕੇ ਚੱਲ ਰਹੇ ਸਨ, ਉਹਨਾਂ ਦੀ ਰੀਤ, ਉਹਨਾਂ ਦੀ ਰਵਾਇਤ ਹੁਣ ਬੜੀ ਥੋੜ੍ਹੀ ਨਜ਼ਰ ਆਉਂਦੀ ਹੈ। ਮੈਂ ਦਾਵਤ ਦੇਵਾਂਗਾ ਗੱਲਬਾਤ ਕਰਨ ਵਾਸਤੇ ਸਾਡੇ ਬਹੁਤ ਸੋਹਣੇ ਮਿੱਤਰ, ਬੜੇ ਪਿਆਰੇ ਦੋਸਤ ਭੱਟ ਸਾਹਿਬ ਨਾਲ ਇੱਕ ਬੜਾ ਅਟੂਟ ਰਿਸ਼ਤਾ, ਬੜਾ ਮਜ਼ਬੂਤ ਰਿਸ਼ਤਾ। ਇਸ ਤੋਂ ਵੱਡੀ ਗੱਲ ਇਹ ਕਿ ਭੱਟ ਸਾਹਿਬ ਨੂੰ ਇਹਨਾਂ ਨਾਲ ਬੜਾ ਪਿਆਰ ਹੈ, ਬੜੀ ਮੁਹੱਬਤ ਹੈ ਔਰ ਉਹ ਇਹਦਾ ਇਜ਼ਹਾਰ ਕਰਨ ਦੇ ਵਿੱਚ ਕਦੀ ਕੋਈ ਯਾਰ ਮਹਿਸੂਸ ਨਹੀਂ ਕਰਦੇ। ਸਤਾਰ ਚੌਧਰੀ ਸਾਹਿਬ ਨੂੰ ਬੇਨਤੀ ਹੈ ਕਿ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਜਨਾਬ ਸਤਾਰ ਚੌਧਰੀ ਜੀ। ਗੱਲ ਅੱਜ ਪੰਜਾਬੀ ਦੀ ਹੋ ਰਹੀ ਹੈ ਤੇ ਸਾਡਾ ਤਾਂ ਪੰਜਾਬੀ ਨਾਲ ਇੰਨਾ ਕੁ ਪਿਆਰ ਹੈ ਕਿ ਅਸੀਂ ਤਾਂ ਉਰਦੂ ਵੀ ਪੰਜਾਬੀ 'ਚ ਹੀ ਬੋਲਦੇ ਹਾਂ। ਮੈਂ ਸਟਾਰਟ ਜਿਹੜੇ ਸਹਾਫਤ 'ਚ ਆਇਆ ਤੇ ਮੈਂ ਸਿਰਫ ਇੱਕ ਹੀ ਖਾਸ਼ ਲੈ ਕੇ ਆਇਆ ਸਾਂ ਕਿ ਮੈਂ ਕਾਲਮਨਿਸਟ ਬਣਨਾ ਹੈ। ਮੈਂ ਜਦੋਂ ਕਾਲਮ ਕਿਸੇ ਵੀ ਐਡੀਟਰ ਨੂੰ ਲਿਖ ਕੇ ਦੇਣਾ ਸਾਂ ਤੇ ਉਹ ਮੇਰੇ ਤੇ ਯਕੀਨ ਨਹੀਂ ਸੀ ਕਰਦਾ ਹੁੰਦਾ ਕਿ ਯਾਰ ਇਹ ਬੰਦਾ ਇੰਨੀ ਅੱਛੀ ਉਰਦੂ ਲਿਖ ਸਕਦਾ ਹੈ, ਕਿਉਂਕਿ ਅਸੀਂ ਬੋਲਣੇ ਪੰਜਾਬੀ ਹਾਂ। ਸਾਡਾ ਤਾਂ ਅੰਗਰੇਜ਼ੀ ਦਾ ਪ੍ਰੋਫੈਸਰ ਵੀ ਸਾਡੇ ਨਾਲ ਪੰਜਾਬੀ ਬੋਲਦਾ ਹੁੰਦਾ ਸੀ। ਔਰ ਹੁਣ ਵੀ ਮੈਂ ਜਿਸ ਵੇਲੇ ਕਿਤੇ ਉਰਦੂ 'ਚ ਗੱਲ ਕਰਨੇ ਤਾਂ ਮੇਰਾ ਦੋਸਤ, ਬਲਕਿ ਦੋਸਤ ਕੀ ਮੇਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਨੇ ਕਿ ਬਾਬਾ ਤੁਸੀਂ ਪੰਜਾਬੀ ਦੇ ਲਹਿਜੇ 'ਚ ਹੀ ਉਰਦੂ ਬੋਲਦੇ ਹੋ। ਇਹ ਜ਼ਹਿਰ ਹੈ ਸਾਡੀ ਪੰਜਾਬੀ ਦੀ ਮੁਹੱਬਤ ਹੈ। ਮੇਰੀ ਮਾਂ ਨੇ ਪੰਜਾਬੀ ਬੋਲੀ, ਮੇਰੇ ਬਾਪ ਨੇ, ਇਹ ਸਾਡੇ DNA 'ਚ ਸ਼ਾਮਲ ਹੈ। ਇਹਦੇ 'ਚ ਅਸੀਂ ਨਹੀਂ ਬਾਹਰ ਨਿਕਲ ਸਕਦੇ। ਮੈਂ ਇੱਕ ਕਰਾਚੀ ਦੇ ਅਖਬਾਰ ਦਾ ਚੀਫ ਨਿਊਜ਼ ਐਡੀਟਰ ਰਿਹਾ। ਉੱਥੇ ਜ਼ਹਿਰ ਸਾਰੇ ਜ਼ਿਆਦਾਤਰ ਉਰਦੂ ਸਪੀਕਿੰਗ ਔਰ ਸਿੰਧੀ ਸਨ।
ਉਹ ਉਰਦੂ 'ਚ ਗੱਲ ਕਰਦੇ ਸਨ। ਮੇਰੇ ਹੱਥ 2-3 ਸਾਲ ਬਾਅਦ ਉਹ ਮੇਰੇ ਨਾਲ ਪੰਜਾਬੀ ਬੋਲਣ ਲੱਗ ਪਿਆ ਸਨ। ਤੇ ਸਿੰਧ 'ਚ ਦੇਖਿਆ ਹੈਗਾ ਕਿ ਉਹਨਾਂ ਦੇ ਸ਼ਨਾਖਤੀ ਕਾਰਡ ਤੱਕ ਸਿੰਧੀ 'ਚ ਬਣੇ ਨੇ। ਤੁਸੀਂ ਉਹਨਾਂ ਦੇ ਕਿਸੇ ਸੜਕ ਤੇ ਸਫ਼ਰ ਕਰ ਰਹੇ ਹੋ, ਜਿੰਨੀ ਹਦਾਇਤ ਨੇ, ਜਿੰਨੇ ਬੋਰਡ ਲੱਗੇ ਨੇ, ਸਾਰੇ ਸਿੰਧੀ ਜ਼ੁਬਾਨ 'ਚ ਹੋਣਗੇ। ਔਰ ਅਸੀਂ ਇੰਨੇ ਕੁ ਕੰਪਲੈਕਸ ਦੇ ਮਾਰੇ ਆ, ਜਿਹੜੇ ਅਸੀਂ ਪੰਜਾਬੀ ਆਦਮੀ ਜਾਂਦਾ ਹੈ, ਅਨਪੜ੍ਹ ਆਦਮੀ ਜਾਂਦਾ ਹੈ ਕਿਸੇ ਵੀ ਦਫ਼ਤਰ 'ਚ, ਅਸੀਂ ਉਹਨੂੰ ਇੱਕ ਅੰਗਰੇਜ਼ੀ ਦਾ ਫਾਰਮ ਫੜਾਉਂਦੇ ਹਾਂ ਵੀ ਤੂੰ ਇਹਨੂੰ ਪੁਰ ਕਰ ਦੇ। ਹਾਲੇ ਕਿ ਮੈਂ ਪਿਛਲੇ ਦਿਨਾਂ 'ਚ 1-2 ਹਸਪਤਾਲਾਂ 'ਚ ਮੇਰਾ ਜਾਣ ਦਾ ਇਤਫਾਕ ਹੋਇਆ ਹੈ, ਉੱਥੇ ਜਿਹੜੀਆਂ ਛੋਟੀਆਂ-ਛੋਟੀਆਂ ਦੀਵਾਰਾਂ 'ਤੇ ਹਦਾਇਤਾਂ ਲਿਖੀਆਂ ਨੇ, ਜਿੱਥੇ ਅਨਪੜ੍ਹ ਲੋਕ ਬੈਠੇ ਹੁੰਦੇ ਨੇ, ਉਹ ਵੀ ਅੰਗਰੇਜ਼ੀ 'ਚ ਲਿਖੀ ਹੁੰਦੀ ਹੈ। ਬੜੇ ਅਫਸੋਸ ਵਾਲੀ ਗੱਲ ਹੁੰਦੀ ਹੈਗੀ। ਮੇਰੀ ਰਿਸਰਚ ਦੇ ਮੁਤਾਬਕ, ਜਿਹੜਾ ਮੇਰੇ ਕੋਲ ਨੌਲੇਜ ਹੈ, ਮੇਰੇ ਕੋਲ ਇਲਮ ਹੈਗਾ, ਮੈਂ ਦੁਨੀਆ ਦੀ ਕੋਈ ਐਸੀ ਕੌਮ ਨਹੀਂ ਵੇਖੀ ਜਿਨ੍ਹਾਂ ਦੂਸਰੀ ਜ਼ੁਬਾਨ ਸਿੱਖ ਕੇ ਤਰੱਕੀ ਕੀਤੀ ਹੋਵੇ। ਚੀਨ ਦੇ ਲੋਕ ਨੇ, ਉਹਨਾਂ ਦਾ ਪ੍ਰੈਜ਼ੀਡੈਂਟ ਹੈ ਜਾਂ ਉਹਨਾਂ ਦੇ ਜਿੰਨੇ ਅਹੁਦੇਦਾਰ ਨੇ, ਉਹਨਾਂ ਨੂੰ ਬਹੁਤ ਅੱਛੀ ਅੰਗਰੇਜ਼ੀ ਆਉਂਦੀ, ਬਹੁਤ ਅੱਛੀ ਅੰਗਰੇਜ਼ੀ ਆਉਂਦੀ ਗੀ। ਲੇਕਿਨ ਜਦੋਂ ਵੀ ਉਹ ਕਿਸੇ ਨਾਲ ਗੁਫ਼ਤਗੂ ਕਰਦੇ ਨੇ, ਉਹ ਚਾਈਨੀਜ਼ ਜ਼ੁਬਾਨ 'ਚ ਕਰਦੇ ਨੇ, ਉਹ ਅੰਗਰੇਜ਼ੀ ਨਹੀਂ ਬੋਲਦੇ। ਆਪਣੀ ਜ਼ੁਬਾਨ 'ਤੇ, ਆਪਣੀ ਸਕਾਫਤ 'ਤੇ ਬੰਦੇ ਨੂੰ ਫਖਰ ਹੋਣਾ ਚਾਹੀਦਾ ਹੈ, ਔਰ ਇਹੋ ਹੀ ਕਾਮਯਾਬੀ ਹੈ। ਅਸੀਂ ਆਪਣੀ ਦਫ਼ਤਰੀ ਜ਼ੁਬਾਨ ਔਰ ਬਾਕੀ ਸਾਰੀਆਂ ਜਗ੍ਹਾ 'ਤੇ ਅੰਗਰੇਜ਼ੀ ਤੋਂ ਬਾਹਰ ਨਹੀਂ ਨਿਕਲ ਰਹੇ ਹੈਗੇ। ਇੱਕ ਅਨਪੜ੍ਹ ਆਦਮੀ ਨੂੰ ਅਸੀਂ ਅੰਗਰੇਜ਼ੀ ਦਿੰਦੇ ਹਾਂ, ਅਦਾਲਤ ਦੇ ਫੈਸਲੇ ਅਸੀਂ ਅੰਗਰੇਜ਼ੀ ਦਿੰਦੇ ਇੱਕ ਅਨਪੜ੍ਹ ਆਦਮੀ ਨੂੰ, ਜਿਹਨੂੰ ਸਮਝ ਨਹੀਂ ਆਉਂਦੀ ਹੈਗੀ। ਔਰ ਅਸੀਂ ਇਸ ਦੀ ਵਜ੍ਹਾ ਤੋਂ ਬਹੁਤ ਜ਼ਹੀਨ ਤਰੀਨ ਲੋਕ, ਬੜੇ ਜੀਨੀਅਸ ਲੋਕ ਅਸੀਂ ਖੋ ਰਹੇ ਹਾਂ। ਮੇਰਾ ਦੋਸਤ ਹੈ, ਅਸੀਂ ਰੂਮਮੇਟ ਇਕੱਠੇ ਸਾਂ, ਉਹ CSS ਕਰ ਰਹੇ ਸਨ। ਇੰਤਹਾਈ ਦਰਜੇ ਦਾ ਜ਼ਹੀਨ ਆਦਮੀ, ਬ੍ਰੇਨ। ਔਰ ਮੈਂ ਲਿਖ ਕੀਤਾ ਸੀ ਕਿ ਆਦਮੀ CSS 'ਚ ਫੇਲ ਨਹੀਂ ਹੋ ਸਕਦਾ ਹੈਗਾ। ਔਰ ਉਹਦਾ ਜਿਹੜਾ ਬਿਹਤਰ ਸਬਜੈਕਟ ਸੀ, ਜਿਹੜਾ ਉਹਦਾ ਪਸੰਦੀਦਾ ਮਜ਼ਮੂਨ ਸੀ, ਉਹ ਅੰਗਰੇਜ਼ੀ ਸੀ। ਬਹੁਤ ਅੱਛੀ ਉਹਦੀ ਅੰਗਰੇਜ਼ੀ ਦੀ ਤਿਆਰੀ ਸੀ। ਔਰ ਜਦੋਂ ਰਿਜ਼ਲਟ ਆਇਆ, ਉਹ ਬੰਦਾ ਅੰਗਰੇਜ਼ੀ 'ਚ ਹੀ ਫੇਲ ਹੋਇਆ। ਔਰ ਸਿਰਫ ਉਸ ਅੰਗਰੇਜ਼ੀ ਦੇ ਇੱਕ ਮਜ਼ਮੂਨ ਦੀ ਵਜ੍ਹਾ ਤੋਂ ਅਸੀਂ ਇੱਕ ਇਤਨਾ ਅੱਛਾ ਜ਼ਬਰਦਸਤ ਕਿਸਮ ਦਾ ਆਦਮੀ ਅਸੀਂ ਜ਼ਾਇਆ ਕੀਤਾ। ਅਸੀਂ ਸਿਰਫ ਇੱਕ ਨਹੀਂ, ਅਸੀਂ ਮਸਲਸਲ ਲੋਕ, ਅਸੀਂ ਬੜੇ ਜੀਨੀਅਸ ਲੋਕ ਔਰ ਬੜੇ ਜ਼ਹੀਨ ਲੋਕ ਸਿਰਫ ਇਸ ਲੈਂਗੁਏਜ ਦੀ ਵਜ੍ਹਾ ਤੋਂ ਜ਼ਾਇਆ ਕਰਨੇ ਪੈ ਗਏ। ਅਸੀਂ ਕਿਉਂ ਨਹੀਂ ਪੰਜਾਬੀ 'ਚ ਆਪਣਾ ਸਿਲੇਬਸ ਔਰ तमाम ਦਫ਼ਤਰੀ ਜ਼ਬਾਨ ਪੰਜਾਬੀ 'ਚ ਬਣਾਉਂਦੇ ਹਾਂ? ਸਿੰਧ ਵਾਲੇ ਕਰਦੇ ਪਏ ਨੇ, ਅਸੀਂ ਕਿਉਂ ਨਹੀਂ ਕਰਦੇ? ਔਰ ਬਾਕੀ ਰਹੀ ਸਾਡੇ ਭੁਲੇਖਾ ਦੀ ਗੱਲ, ਇਹ ਮੇਰੇ ਰੱਬ ਦਾ ਇੱਕ ਸਿਸਟਮ ਹੈ, ਇੱਕ ਨਿਜ਼ਾਮ ਹੈ, ਕਿਉਂਕਿ ਇਸ ਦੁਨੀਆ ਦਾ ਸਿਸਟਮ ਮੇਰੇ ਰੱਬ ਚਲਾਉਂਦਾ ਹੈ। ਉਹ ਕੁਝ ਲੋਕਾਂ ਨੂੰ ਉਹਨੇ ਮਖਸੂਸ ਕੀਤਾ ਹੈ, ਮੇਰੇ ਰੱਬ ਨੇ ਸਪੈਸ਼ਲ ਪੈਦਾ ਕੀਤਾ ਹੈਗਾ ਕੁਝ ਕੰਮਾਂ ਵਾਸਤੇ। ਮਸਲਨ ਦੇਖੋ, ਹੁਣ ਕਰਾਚੀ 'ਚ ਜਿੱਥੇ ਇੱਕ ਤਬਕਾ ਸੀ ਜਿਹੜਾ ਲੋਕਾਂ ਨੂੰ ਮਾਰ ਰਿਹਾ ਸੀ, ਕਤਲੋ ਗਾਰਤ ਕਰ ਰਿਹਾ ਸੀ, ਬੋਰੀ ਬੰਦ ਲਾਸ਼ਾਂ ਦੇ ਰਿਹਾ ਸੀ, ਉੱਥੇ ਹੀ ਅੱਲਾਹ ਤਾਲਾ ਨੇ ਇੱਕ ਅਬਦਸਤਾਰ ਈਦੀ ਨੂੰ ਪੈਦਾ ਕੀਤਾ ਹੈਗਾ ਕਿ ਤੂੰ ਇਹਨਾਂ ਚੀਜ਼ਾਂ ਨੂੰ ਕਵਰ ਕਰਨਾ ਹੈ, ਤੂੰ ਨਾਲ ਲੈਣਾ ਹੈ। ਮੁਦੱਸਰ ਇਕਬਾਲ ਬੱਟ ਸਾਹਿਬ ਉਹਨਾਂ ਸਪੈਸ਼ਲ ਫਰਾਜ 'ਚ ਸ਼ਾਮਲ ਨੇ। ਅੱਲਾਹ ਤਾਲਾ ਨੇ ਜਿਨ੍ਹਾਂ ਦੀ ਡਿਊਟੀ ਲਾਈ ਹੈਗੀ ਹੈ ਕਿ ਤੂੰ ਇਸ ਚੀਜ਼ ਨੂੰ ਜ਼ਿੰਦਾ ਰੱਖਣਾ ਹੈ। ਔਰ ਸਾਡੀ ਦੁਆ ਹੈਗੀ ਕਿ ਅੱਲਾਹ ਤਾਲਾ ਮੁਦੱਸਰ ਇਕਬਾਲ ਬੱਟ ਸਾਹਿਬ ਨੂੰ ਸਲਾਮਤ ਰੱਖੇ ਔਰ ਇਸ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਔਰ ਇਨ 'ਤੇ ਕੰਮ ਕਰਦੇ ਰਹਿਣ। ਸ਼ੁਕਰੀਆ ਜਨਾਬ ਸਤਾਰ ਚੌਧਰੀ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਸਨ। ਰੋਜ਼ਵਾਰ ਭੁਲੇਖਾ ਇੱਕ ਅਖਬਾਰ ਨਹੀਂ ਹੈ, ਇਹ ਮੁਹੱਬਤਾਂ ਦੀ ਸਾਂਝ ਦਾ ਨਾਮ ਹੈ। ਰੋਜ਼ਵਾਰ ਭੁਲੇਖਾ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਡੀ ਪੰਜਾਬੀ ਰਹਿਤਲ ਨਾਲ ਜੁੜੇ ਲੋਕ, ਪੰਜਾਬੀ ਸਾਹਿਤ ਨਾਲ ਜੁੜੇ ਲੋਕ, ਪੰਜਾਬੀ ਸਹਾਫਤ ਨਾਲ ਜੁੜੇ ਲੋਕ ਇਕੱਠੇ ਹੁੰਦੇ ਨੇ। ਹਮੇਸ਼ਾ ਤੋਂ ਇਕੱਠੇ ਹੁੰਦੇ ਰਹੇ ਔਰ ਹਮੇਸ਼ਾ ਇਕੱਠੇ ਹੁੰਦੇ ਰਹਿਣਗੇ। ਇਹ ਪੰਜਾਬੀ ਤਹਿਰੀਕਾਂ ਦਾ ਮੁੱਢ ਹੈ, ਇੱਥੇ ਹੀ ਪੰਜਾਬੀ ਤਹਿਰੀਕਾਂ ਦਾ ਮੁੱਢ ਬਣਿਆ ਜਾਂਦਾ ਹੈ। ਤੇ ਚੌਧਰੀ ਇਲਿਆਸ ਘੁੰਮਣ ਜਿਹੇ ਲੋਕ, ਇਹਨਾਂ ਦੀ ਛਤਰ ਛਾਵੇਂ ਫਿਰ ਇਹ ਤਹਿਰੀਕਾਂ ਅਗਾਂਹ ਵੱਧਦੀਆਂ ਨੇ। ਮੈਂ ਇੱਕ ਅਜਿਹੇ ਸੱਜਣ ਨੂੰ, ਇੱਕ ਅਜਿਹੇ ਦੋਸਤ ਨੂੰ ਦਾਵਤ ਦੇਣ ਜਾ ਰਿਹਾ ਹਾਂ ਜਿਹੜਾ ਸਾਡੇ ਨਾਲ ਇੱਕ ਅਰਸੇ ਤੋਂ ਜੁੜਿਆ ਹੈ, ਪਰ ਉਹਦੀ ਪੰਜਾਬੀ ਬੋਲੀ ਨਾਲ, ਪੰਜਾਬੀ ਸਹਾਫਤ ਨਾਲ ਜਿਹੜਾ ਤਾਲੁਕ ਔਰ ਰਿਸ਼ਤਾ ਹੈ ਉਹ ਕੁਛ ਅਰਸੇ ਤੋਂ ਤਾਂ ਬਹੁਤ ਮਜ਼ਬੂਤ ਹੈ। ਲੇਕਿਨ ਇਹ ਕਹਿਣਾ ਕਿ ਇਹ ਰਿਸ਼ਤਾ ਤਵੀਲ ਨਹੀਂ ਹੈ, ਇਹ ਰਿਸ਼ਤਾ ਸਦੀਆਂ ਪੁਰਾਣਾ ਨਹੀਂ ਹੈ, ਹਜ਼ਾਰੀਆਂ ਪੁਰਾਣਾ ਨਹੀਂ ਹੈ, ਇਹ ਗੱਲ ਝੂਠ ਹੋਵੇਗੀ, ਕਿਉਂਕਿ ਸਾਡੇ ਲਹੂ ਦੇ ਵਿੱਚ, ਸਾਡੀ ਜੀਨਸ ਦੇ ਵਿੱਚ ਇਹ ਬੋਲੀ ਸ਼ਾਮਿਲ ਹੈ। ਮੈਂ ਦਾਵਤ ਦੇਵਾਂਗਾ ਬੜੇ ਇਹਤਰਾਮ ਨਾਲ, ਬੜੀ ਮੁਹੱਬਤ ਨਾਲ, ਕਿਉਂਕਿ ਮੈਂ ਇਹਨਾਂ ਨਾਲ ਮੁਹੱਬਤ ਦਾ ਦਾਅਵਾ ਰੱਖਦਾ ਹਾਂ। ਮੈਂ ਫੈਸਲ ਅਬਾਸੀ ਜੀ ਨੂੰ ਦਾਵਤ ਦੇਵਾਂਗਾ ਕਿ ਸਟੇਜ 'ਤੇ ਆਉਣ ਅਤੇ ਗੱਲਬਾਤ ਕਰਨ, ਆਪਣੇ ਵਿਚਾਰ ਸਾਂਝੇ ਕਰਨ। बिस्मिल्लाहिर्रहमानिर्रहीम।
ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਲਾਮ। ਬਿਲਖਸੂਸ ਮੁਬਾਰਕਬਾਦ ਜਨਾਬ ਮੁਦੱਸਰ ਭੱਟ ਸਾਹਿਬ ਨੂੰ, ਜਨਾਬ ਜ਼ਬੀਉल्ला ਸਾਹਿਬ ਨੂੰ, ਜਨਾਬ ਇਲਿਆਸ ਘੁੰਮਣ ਸਾਹਿਬ ਨੂੰ ਤੇ ਸਾਰੇ ਪੰਜਾਬੀ ਬੋਲਣ ਤੇ ਪੜ੍ਹਨ ਵਾਲਿਆਂ ਨੂੰ। ਨਦੀਮ ਰਜ਼ਾ ਸਾਹਿਬ ਨੂੰ ਮੁਬਾਰਕਬਾਦ ਇਸ ਲਈ ਨਹੀਂ ਦਿੱਤੀ ਕਿ ਬਹੁਤ ਲੰਬੇ ਸਿਲਸਿਲੇ ਨੇ, ਇਹਨਾਂ ਨੂੰ ਜੱਫੀ ਪਾ ਕੇ ਮੁਬਾਰਕਬਾਦ ਦੇਈ ਜਾ ਸਕਦੀ ਹੈ। ਵੱਡੇ ਭਾਈ ਨੇ ਕੱਲ੍ਹ ਇਹਨਾਂ ਨੇ ਹੁਕਮ ਕੀਤਾ ਔਰ ਮੇਰੀ ਤਬੀਅਤ ਗਲੇ ਤੋਂ ਵੀ ਲੱਗ ਰਿਹਾ ਹੋਣਾ, ਨਾਸਾਜ਼ ਸੀ, ਲੇਕਿਨ ਮੈਂ ਜ਼ਾਹਿਰ ਹੈ ਮੁਦੱਸਰ ਭੱਟ ਸਾਹਿਬ ਦਾ ਸੁਨੇਹਾ ਸੀ ਤੇ ਮੈਂ ਇਨਕਾਰ ਕਿਵੇਂ ਕਰ ਸਕਦਾ। ਔਰ ਪੰਜਾਬ ਤੇ ਪੰਜਾਬੀ ਦੀ ਜਿੰਨੀ ਗੱਲ ਹੈ ਤੇ ਮੇਰਾ ਤਾਲੁਕ ਖੈਬਰ ਪਖਤੂਨਖਵਾ ਤੋਂ ਹੈ। ਮੈਂ ਐਬਟਾਬਾਦ ਦਾ ਰਹਿਣ ਵਾਲਾ ਹਾਂ। 2 ਦਿਨ ਪਹਿਲੇ CM ਬਲੋਚਿਸਤਾਨ ਇੱਥੇ ਆਏ ਸਨ ਤੇ ਉਹਨਾਂ ਨੇ ਇੱਥੇ ਐਂਕਰਸ ਤੇ ਸਹਾਫੀਆਂ ਦੇ ਨਾਲ ਕੋਈ ਮੀਟਿੰਗਸ ਕੀਤੀ ਤੇ ਮੈਨੂੰ ਪੁੱਛਣ ਲੱਗੇ ਕਿ ਤੁਸੀਂ ਬਹਾਵਲਪੁਰ ਦੇ ਅਬਾਸੀ ਹੋ ਜਾਂ ਮਰੀ ਦੇ ਹੋ। ਤੇ ਮੈਂ ਕਿਹਾ ਇਹ ਪੰਜਾਬ ਦੀ ਫਰਾਖਦਿਲੀ ਹੈ ਤੇ ਪੰਜਾਬੀ ਦੀ ਫਰਾਖਦਿਲੀ ਹੈ ਕਿ ਮੈਂ KP ਦਾ ਤੇ ਲਾਹੌਰ ਰਹਿ ਰਿਹਾ ਤੇ ਹੁਣ ਮੇਰਾ ਦਿਲ ਨਹੀਂ ਕਰਦਾ ਮੈਂ ਵਾਪਸ ਜਾਵਾਂ। ਔਰ ਅੱਜ ਵੀ ਮੈਂ ਆ ਰਿਹਾ ਸੀ ਤੇ ਮੇਰੇ ਮਾਮੂ ਨੇ ਮੈਨੂੰ ਫੋਨ ਕੀਤਾ ਤੇ ਕਹਿੰਦੇ ਯਾਰ ਉਹ ਨਾ ਤਜਮਲ ਕਲੀਮ ਸਾਹਿਬ ਦੀ ਕਿਤਾਬ ਤੋਂ ਮੈਨੂੰ ਕੱਲ੍ਹ ਨਹੀਂ ਤੇ ਫਿਰ ਮੈਂ ਉਹ ਪੜ੍ਹਨੀ ਹੈ। ਤੇ ਆਲਦੋ ਅਸੀਂ ਬੋਲਦੇ ਪਹਾੜੀ ਹਾਂ, ਹਿੰਦਕੋ ਜ਼ਬਾਨ ਹੈ ਸਾਡੀ। ਔਰ ਇੰਟਰਸਟਿੰਗ ਗੱਲ ਹੈ ਵੇ ਕਿ ਜੋ ਸਾਡੇ ਪਖਤੂਨ ਭਾਈ ਨੇ ਉਹ ਪਸ਼ਤੋ ਦੇ ਇਲਾਵਾ ਕੋਈ ਵੀ ਜ਼ਬਾਨ ਤੁਸੀਂ ਬੋਲੋ ਉਹ ਕਹਿੰਦੇ ਨੇ ਇਹ ਪੰਜਾਬੀਆਂ ਦੇ, ਇਹ ਪੰਜਾਬੀ ਨੇ। ਭਾਵੇਂ ਤੁਸੀਂ ਸਿੰਧੀ ਬੋਲੋ, ਬਲੋਚੀ ਬੋਲੋ, ਪੋਢਵਾਰੀ ਬੋਲੋ, ਜੋ ਵੀ ਤੁਸੀਂ ਬੋਲੀ ਬੋਲੋ ਉਹਨਾਂ ਨੇ ਕਹਿਣਾ ਹੈ ਕਿ ਇਹ ਪੰਜਾਬੀ ਨੇ। ਬਹਰਹਾਲ ਪੰਜਾਬੀ ਦੇ ਨਾਲ ਮੁਹੱਬਤ ਔਰ ਪੰਜਾਬੀ ਸਿੱਖਣ ਦੀ ਜੋ ਇੱਕ ਬਹੁਤ ਵੱਡਾ ਜ਼ਰੀਆ ਹੈ ਔਰ ਜਿਨ੍ਹਾਂ ਲੋਕਾਂ ਨੂੰ ਮੈਂ ਗੱਲ ਕਰ ਰਿਹਾ ਸੀ ਕਿ ਨਦੀਮ ਭਾਈ ਨੂੰ ਮੁਬਾਰਕਬਾਦ ਇਸ ਤਰ੍ਹਾਂ ਨਹੀਂ ਦਿੱਤੀ ਜਾ ਸਕਦੀ, ਇਹ ਮੇਰੇ ਮੌਸਨ ਵੀ ਨੇ। ਇਹੋ ਜਿਹੇ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਦਾ ਤਾਲੁਕ ਟੈਲੀਵਿਜ਼ਨ ਦੇ ਨਾਲ ਵੀ ਹੈ, ਜਿਹੜੇ ਅਖਬਾਰ ਦੇ ਨਾਲ ਵੀ ਰਹੇ ਔਰ ਜਿਹੜੇ ਉਰਦੂ ਵੀ ਬਾਕਮਾਲ ਲਿਖਦੇ ਨੇ। ਹੁਣ ਜਿਸ ਦਿਨ ਸਲਮਾਨ ਹਨੀਆ ਸਾਹਿਬ ਦੀ ਸ਼ਹਾਦਤ ਹੋਈ ਤੇ ਮੈਂ ਇਹਨਾਂ ਨੂੰ ਫੋਨ ਕੀਤਾ, ਕਿਧਰੇ ਮੋਟਰਵੇ 'ਤੇ ਸਨ। ਮੈਂ ਕਿਹਾ ਜੀ ਮੈਨੂੰ ਨਾ ਇੰਟਰੋ ਲਿਖ ਕੇ ਭੇਜੋ ਤੁਸੀਂ ਕਿ ਮੈਂ ਅੱਜ ਦਿਲ ਦੀ ਗੱਲ ਕਰਨਾ ਚਾਹ ਰਿਹਾ ਔਰ ਮੇਰੇ ਦਿਲ ਦੀ ਗੱਲ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ। ਤੇ ਖੈਰ ਇਹਨਾਂ ਨੇ ਮੈਨੂੰ ਰਸਤੇ ਸਨ, ਜੋ ਵੀ ਹੋਇਆ ਅਸੀਂ ਉਹਨੂੰ ਮੈਨੇਜ ਕੀਤਾ। ਪੰਜਾਬੀ ਜਿੰਨੀ ਰਿਚ ਜ਼ਬਾਨ, ਥੋੜ੍ਹੀਆਂ ਬਹੁਤੀਆਂ ਜ਼ਬਾਨਾਂ ਜਿੰਨੀਆਂ ਮੈਂ ਪੜ੍ਹੀਆਂ ਨੇ ਜਾਂ ਸੁਣੀਆਂ ਨੇ ਜਾਂ ਬਾਹਰ ਜਾਂਦੇ ਹਾਂ ਤੇ ਉਹ ਵੇਖਦੇ ਹਾਂ ਲੋਕਾਂ ਦੇ ਨਿਜ਼ਾਮ, ਜਿਵੇਂ ਸਰਦਾਰ ਚੌਧਰੀ ਸਾਹਿਬ ਚਾਈਨਾ ਦੀ ਗੱਲ ਕਰ ਰਹੇ ਸਨ, ਤੁਰਕੀ ਦੇ ਵਿੱਚ ਅਸੀਂ ਮੌਜੂਦ ਸਾਂ ਤੇ ਉਰਦੂ ਇਟਸੈਲਫ ਇਜ਼ ਅ ਤਰਕਿਸ਼ ਵਰਡ। ਉਹ ਤਰਕਿਸ਼ ਲਫ਼ਜ਼ ਜਿਹਦਾ ਮਤਲਬ ਹੈ ਲਸ਼ਕਰ। ਤੇ ਉੱਥੇ ਨਾ ਅਸੀਂ ਲੱਭਦੇ ਰਹੇ ਕਿ ਸਾਨੂੰ ਕਿਧਰੇ ਚਾਹ ਮਿਲ ਜਾਏ ਆਪਣੀ ਦੁੱਧ ਤੇ ਪੱਤੀ ਵਾਲੀ। ਤੇ ਉਹ ਇੱਕ 5 ਸਟਾਰ ਹੋਟਲ ਸੀ, ਨਾਸ਼ਤੇ ਤੇ ਬੈਠੇ ਤੇ ਉਹਨੂੰ ਨਾ ਅਸੀਂ ਕਿਹਾ ਟੀ, ਤੇ ਉਹ ਗਿਆ ਤੇ ਉਹ ਲੈ ਕੇ ਆ ਗਿਆ ਮਿਕਸ ਟੀ, ਉਹ ਤਵੀਜ਼ ਵਾਲੀ ਚਾਹ ਲੈ ਕੇ ਆ ਗਿਆ। ਅਸੀਂ ਕਿਹਾ ਨਹੀਂ, ਉਹਨੇ ਕਿਹਾ ਚਾਏ, ਅਸੀਂ ਕਿਹਾ ਹਾਂ ਚਾਏ ਲੈ ਕੇ। ਉਹ ਜਦੋਂ ਚਾਏ ਲੈ ਕੇ ਆਇਆ ਉਹ ਇੰਨੀ ਕੌੜੀ ਸੀ, ਉਹ ਤਰਕਿਸ਼ ਟੀ ਜਿਹੜੀ ਨਾ ਬੜੀ ਕੌੜੀ ਹੁੰਦੀ ਹੈ। ਤੇ ਉਹ ਸਾਡਾ ਦੋਸਤ ਸੀ ਨਾਲ ਤੇ ਕਹਿਣ ਲੱਗਾ ਕਿ ਯਾਰ ਗੱਲ ਹੈ ਵੇ ਕਿ ਉਹ ਜ਼ਬਾਨ ਯਾਰ ਮਨ ਤੁਰਕੀ ਵਮਨ ਤੁਰਕੀ ਨਵੀਂ ਦਾਨਮ, ਕਿ ਜਿੰਨੀ ਅੰਗਰੇਜ਼ੀ ਸਾਨੂੰ ਆਂਦੀ ਸੀ ਉਹ ਤੇ ਮੁੱਕ ਗਈ ਹੈ ਤੇ ਹੁਣ ਨਾ ਬਾਕੀ ਸਾਨੂੰ ਤਰਕਿਸ਼ ਆਂਦੀ ਹੈ ਤੇ ਨਾ ਕੁਝ ਆਂਦਾ ਹੈ। ਪਰ ਪੰਜਾਬੀ ਬੋਲਣ ਵਾਲੇ ਬੰਦੇ ਸਾਨੂੰ ਉੱਥੇ ਵੀ ਮਿਲ ਗਏ, ਜਿੱਥੇ ਅਸੀਂ ਫਸੇ ਤੇ ਪੰਜਾਬੀ ਭਾਈ ਸਾਨੂੰ ਉੱਥੇ ਵੀ ਮਿਲ ਗਿਆ ਤੇ ਉਹਨੇ ਸਾਨੂੰ ਫਿਰ ਸਮਝਾਇਆ ਕਿ ਇਹ ਨਿਜ਼ਾਮ ਹੈ। ਬਹਰਹਾਲ ਦੁਨੀਆ ਦੇ ਅੰਦਰ ਇੰਨੀ ਰਿਚ ਜ਼ਬਾਨ, ਇੰਨੀ ਵਸਤ ਵਾਲੀ ਜ਼ਬਾਨ, ਇਹ ਮੇਰਾ ਚੈਲੰਜ ਹੈ। ਜਿੰਨਾ ਵਸਤ ਵਾਲਾ, ਜਿੰਨਾ ਗਹਿਰਾ, ਜਿੰਨਾ ਡੂੰਘਾ ਲਿਟਰੇਚਰ ਪੰਜਾਬੀ ਦਾ ਹੈ, ਜਿੰਨੀ ਡੂੰਘੀ ਗੱਲ ਪੰਜਾਬੀ ਸ਼ਾਇਰੀ 'ਚ ਉਹ ਦੁਨੀਆ ਦੀ ਕਿਸੇ ਜ਼ਬਾਨ ਦੇ ਵਿੱਚ ਨਹੀਂ ਹੈ। ਔਰ ਮੁਦੱਸਰ ਇਕਬਾਲ ਭੱਟ ਸਾਹਿਬ ਬੈਠੇ ਨੇ, ਸਹਾਫਤ ਤੇ ਮਜ਼ਾਮਤ ਦਾ ਚੋਲੀ ਦਾਮਨ ਦਾ ਰਿਸ਼ਤਾ ਹੈ। ਸਹਾਫੀ ਉਹ ਸਹਾਫੀ ਨਹੀਂ ਕਿ ਜਿਹਦੇ ਨਾਲ ਉਹ ਸਾਰੇ ਖੁਸ਼ ਹੋ ਜਾਣ। ਬਿਲਖਸੂਸ ਸਹਾਫਤ ਦੀ ਮਿਹਰਾਜ ਹੋਈ ਹੈ ਕਿ ਸਾਹਿਬ ਇਕਤਦਾਰ ਉਹ ਇਖਤਿਆਰ ਤੁਹਾਡੇ ਨਾਲੋਂ ਨਾਰਾਜ਼ ਹੀ ਰਹਿਣ। ਔਰ ਇਹ 35 ਵਰੇ ਜਿਹੜੇ ਨੇ, 35 ਸਾਲ ਨੇ ਜੋ ਮੁਦੱਸਰ ਭੱਟ ਸਾਹਿਬ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਸੀ ਔਰ ਅੱਲਾ ਨੇ ਇਹਨਾਂ ਨੂੰ ਇਸਤਕਾਮਤ ਬਖਸ਼ੀ ਔਰ ਇਹ ਲੱਗੇ ਨੇ। ਇਹ ਸਭ ਤੋਂ ਵੱਡੀ ਮਜ਼ਾਮਤ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਸੋ ਵੜਾਇਤ ਸਾਹਿਬ ਕਿ ਸਰਕਾਰੀ ਜ਼ਬਾਨ ਨਹੀਂ ਹੋਣ ਦਿੱਤਾ ਗਿਆ, ਸਾਡੀ ਪੰਜਾਬੀ ਨੂੰ ਦੂਰ ਕੀਤਾ ਗਿਆ। ਇਹ ਅੱਜ ਵੀ ਸਭ ਤੋਂ ਵੱਡੀ ਮਜ਼ਾਮਤ ਹੈ। ਇੱਥੇ ਗੱਲ ਜੇ ਪੰਜਾਬੀ ਦੀ ਹੋ ਰਹੀ ਹੈ,
ਸਾਰਿਆਂ ਨੂੰ ਪੰਜਾਬੀ ਸਮਝ ਆ ਰਹੀ ਹੈ। ਇੱਕ ਦੂਜੇ ਸੂਬੇ ਦਾ ਰਹਿਣ ਵਾਲਾ ਬੰਦਾ ਪੰਜਾਬੀ ਬੋਲ ਰਿਹਾ ਹੈ ਤੇ ਇਹਦਾ ਮਤਲਬ ਹੈ ਵੇ ਕਿ ਪੰਜਾਬੀ ਜ਼ਿੰਦਾ ਹੈ, ਪੰਜਾਬੀ ਜ਼ਿੰਦਾ ਰਹੇਗੀ। ਔਰ ਇੰਟਰਸਟਿੰਗ ਗੱਲ ਮੈਂ ਤੋਂ ਗੋਸ਼ਗੁਜ਼ਾਰ ਕਰਨਾ ਚਾਹ ਰਿਹਾ, ਨੌਜਵਾਨ ਬੈਠੇ ਨੇ, ਅਸੀਂ ਕਿਉਂਕਿ ਡਿਜੀਟਲ ਮੀਡੀਆ ਵੀ ਇੱਕ ਨਵਾਂ ਟੂਲ ਆ ਗਿਆ ਹੈ, ਉਹਨੂੰ ਵੀ ਫੋਲੋ ਕਰਦੇ ਹਾਂ। ਸਭ ਤੋਂ ਜ਼ਿਆਦਾ ਵਿਊਜ਼ ਆਉਂਦੇ ਨੇ ਸਾਡੇ ਇਹ ਜਿਹੜੇ ਭਾਈ ਨੇ ਥੀਏਟਰ ਵਾਲੇ, ਇਹਨਾਂ ਦੇ ਇਹ ਜਿਹੜੇ ਫਨ ਦੇ ਨਾਲ ਵਾਬਸਤਾ ਨੇ, ਟੀਵੀ ਸ਼ੋਜ਼ ਦੇ ਹੋਵਾਂ ਜਾਂ ਥੀਏਟਰ ਕਰ ਰਹੇ ਹੋਣ। ਰੀਜ਼ਨ ਕੀ ਹੈ ਕਿ ਇੱਥੇ ਵੀ ਪੰਜਾਬੀ, ਉੱਥੇ ਵੀ ਪੰਜਾਬੀ, ਔਰ ਇਸ ਰੀਜਨ ਦੇ ਅੰਦਰ ਸਭ ਤੋਂ ਵੱਡੀ ਜ਼ਬਾਨ ਪੰਜਾਬੀ ਹੈ। ਬਹਰਹਾਲ ਉਹਨਾਂ ਨੇ ਓਨਰਸ਼ਿਪ ਹੋਰ ਤਰ੍ਹਾਂ ਦੀ ਦਿੱਤੀ ਹੈ। ਵਨਸ ਅਗੇਨ ਜੋ ਅਲਮ ਤੁਸੀਂ ਬੁਲੰਦ ਕੀਤਾ ਹੈ ਭੱਟ ਸਾਹਿਬ, ਅੱਲਾ ਰੱਬੁਲ ਇੱਜ਼ਤ ਤੁਹਾਨੂੰ ਹੋਰ ਕੁਵਤ ਦੇਵੇ ਔਰ ਇਸਤਕਾਮ ਦੇਵੇ ਤੇ ਤੁਹਾਡੇ ਕਾਫਲਾ ਵੱਧਦਾ ਹੀ ਜਾਏਗਾ, ਇਹਨੇ ਕੱਟਣਾ ਨਹੀਂ। ਔਰ ਜੋ ਸ਼ਮਾ ਤੁਸੀਂ ਰੋਸ਼ਨ ਕੀਤੀ ਹੈ ਇਹਨੇ ਤਾਂ ਕਿਆਮਤ ਇਸੇ ਤਰ੍ਹਾਂ ਇਹਦੀ ਲੋ ਨੇ ਬਲਦੇ ਰਹਿਣਾ ਹੈ। ਔਰ ਗੁਮਨ ਸਾਹਿਬ ਜੋ ਤੁਹਾਡੀਆਂ ਕਾਵਿਸ਼ਾਂ ਨੇ, ਮੈਨੂੰ ਓਬਵੀਅਸਲੀ ਦਰਾਕ ਹੈ ਇਹਨਾਂ ਗੱਲਾਂ ਦਾ। ਬਾਕੀ ਜ਼ਬੀਉल्ला ਸਾਹਿਬ ਖੁਸ਼ਬਖਤੀ ਹੈ ਸਾਡੀ ਅੱਜ ਲਾਹੌਰ 'ਚ ਨੇ। ਵੈਸੇ ਮੈਂ ਇਹਨਾਂ ਦੀ ਪੋਸਟ ਵੇਖ ਰਿਹਾ ਹੁੰਦਾ, ਜ਼ਿਆਦਾਤਰ ਆਜ਼ਰਬਾਈਜਾਨ ਔਰ ਬਾਹਰ ਹੀ ਰਹਿੰਦੇ ਨੇ, ਲੇਕਿਨ ਅੱਜ ਸਾਡੀ, ਮੈਂ ਇਹ ਦਿਲ ਤੋਂ ਗੱਲ ਕਰ ਰਿਹਾ ਔਰ ਬੜੀ ਖੁਸ਼ੀ ਹੋ ਰਹੀ ਹੈ। ਔਰ ਸਾਰੇ ਦੋਸਤਾਂ ਦੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਇਹ ਮੇਰੀ ਟੁੱਟੀ ਭੱਜੀ ਪੰਜਾਬੀ ਜਿੰਨੀ ਐਸੀ, ਕਿਉਂਕਿ ਭੱਟ ਸਾਹਿਬ ਨੂੰ ਵੇਖ ਕੇ ਕੋਈ ਹੋਰ ਜ਼ਬਾਨ ਬੋਲਣ ਦਾ ਖਿਆਲ ਨਹੀਂ ਆਉਂਦਾ ਹੈ। ਤੁਸੀਂ ਵੇਖ ਲਓ ਕਿ ਇਹ ਪੰਜਾਬੀ ਦੀ ਕਿੰਨੀ ਵੱਡੀ ਅਲਾਮਤ ਵੀ ਨੇ ਤੇ ਜਿਨ੍ਹਾਂ ਲੋਕਾਂ ਦੀ ਅੱਗੇ ਮਜ਼ਾਮਤ ਹੋਣੀ ਚਾਹੀਦੀ ਉਹਦੀ ਮਜ਼ਾਮਤ ਵੀ ਨੇ। ਤੇ ਬਹੁਤ ਸਾਰੀ ਤਾਲੀਆਂ ਇਹਨਾਂ ਦੇ ਲਈ ਹੋਣੀਆਂ ਚਾਹੀਦੀਆਂ ਨੇ। ਔਰ ਇਹ ਫੁੱਲ ਭੁਲੇਖਾ ਦਾ ਇਸੇ ਤਰ੍ਹਾਂ ਵੱਧਦਾ ਰਹੇ, ਆਪਣੀ ਖੁਸ਼ਬੂ ਫੈਲਾਉਂਦਾ ਰਹੇ। ਔਰ ਨਦੀਮ ਭਾਈ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਅਜੋਕੇ ਵੇਲੇ 'ਚ ਮੁਹੱਬਤ ਦੀ ਅਲਾਮਤ ਸਾਡੇ ਬੜੇ ਹੀ ਸੋਹਣੇ ਮਿੱਤਰ ਪਿਆਰੇ ਤੇ ਮੁਹੱਬਤਾਂ ਦੀ ਸਾਂਝ ਪਾਉਣ ਵਾਲੇ ਕਾਸਿਮ ਅਲੀ ਸ਼ਾਹ ਹੋਰੀ ਸਾਡੇ ਨਾਲ ਹੋਣਗੇ ਕੁਛ ਦੇਰ ਦੇ ਵਿੱਚ। ਤੇ ਫੈਸਲ ਅਬਾਸੀ ਜੀ ਨੇ ਜਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਅਗਰ ਤੁਹਾਡਾ ਅੰਦਰ ਖੂਬਸੂਰਤ ਹੈ ਨਾ, ਤੁਹਾਡਾ ਦਿਲ ਖੂਬਸੂਰਤ ਹੈ, ਤੇ ਫਿਰ ਉਹਨਾਂ ਖੂਬਸੂਰਤੀਆਂ ਦਾ, ਉਹਨਾਂ ਜਜ਼ਬਿਆਂ ਦਾ ਇਜ਼ਹਾਰ ਕਰਨ ਦਾ ਲੱਖਣ ਵੀ ਆਉਂਦਾ ਹੋਵੇ, ਤਰੀਕਾ ਆਉਂਦਾ ਹੋਵੇ, ਤੁਸੀਂ ਇਜ਼ਹਾਰ ਕਰਨਾ ਚਾਹੋ, ਤੇ ਫਿਰ ਅਜਿਹੀਆਂ ਗੱਲਾਂ ਜ਼ੁਬਾਨ 'ਤੇ ਆ ਜਾਂਦੀਆਂ ਨੇ ਜਿਹੜੀਆਂ ਤੁਸੀਂ ਨਾ ਵੀ ਸੋਚੀਆਂ ਹੋਣ ਤੇ ਬੇਇਖਤਿਆਰ, ਬੇਸਾਖਤਾ ਤੁਹਾਡੀ ਜ਼ੁਬਾਨ 'ਚੋਂ ਅਦਾ ਹੁੰਦੀਆਂ ਨੇ। ਔਰ ਮੁਹੱਬਤ ਦਾ ਇਜ਼ਹਾਰ ਇੰਝ ਹੀ ਹੁੰਦਾ ਹੈ। ਅਸੀਂ ਇੰਤਜ਼ਾਰ ਹੈ ਕਾਸਿਮ ਅਲੀ ਸ਼ਾਹ ਜੀ ਦਾ ਕਿ ਉਹ ਵੀ ਆ ਜਾਣ ਤੇ ਨਾਲ ਸਿਲਸਿਲਾ ਅਗਾਂਹ ਵਧਾਈਏ। ਕੁਝ ਦੇਰ ਦੇ ਵਿੱਚ ਥੋੜ੍ਹੇ ਸਾਥੀ ਹੋਰ ਆ ਜਾਣਗੇ ਜਿਹੜੇ ਅੱਜ ਗੱਲ ਵੀ ਕਰਨਗੇ। ਅੱਜ ਇਸ ਇਕੱਠ ਦੇ ਵਿੱਚ ਇੱਕ ਅਜਿਹੇ ਸੱਜਣ ਵੀ ਮੌਜੂਦ ਨੇ ਜਿਨ੍ਹਾਂ ਨਾਲ ਮੇਰੀ ਰਫਾਕਤ ਦਾ ਜਿਹੜਾ ਸਿਲਸਿਲਾ ਹੈ ਉਹ 25 ਸਾਲ ਪੁਰਾਣਾ ਹੈ। ਤਵੀਲ ਅਰਸੇ ਤੋਂ ਉਹਨਾਂ ਨਾਲ ਮੁਹੱਬਤ ਦਾ ਰਿਸ਼ਤਾ ਹੈ। ਇਹ ਸ਼ਖਸੀਅਤ ਜਿਹੜਾ ਪਹਿਲਾਂ ਇਹਨਾਂ ਨਾਲ ਤਾਰੁਫ ਹੋਇਆ ਉਹ ਇਹਨਾਂ ਦੀ ਗੁਫ਼ਤਾਰ ਤੋਂ ਹੋਇਆ, ਇਹਨਾਂ ਦੀ ਗੁਫ਼ਤਗੂ ਤੋਂ ਹੋਇਆ। ਗੱਲਾਂ ਬੜੀਆਂ ਸੋਹਣੀਆਂ ਕਰਦੇ ਸਨ, ਮਿੱਠੀਆਂ ਗੱਲਾਂ ਕਰਦੇ ਸਨ। ਫਿਰ ਇਹਨਾਂ ਨੂੰ ਪੜ੍ਹਿਆ, ਫਿਰ ਇਹਨਾਂ ਨੂੰ ਛਾਪਿਆ। ਇਹ ਫੈਸਲਾ ਕਰਨਾ ਪਿਆ, ਇਹ ਨਤਾਰਾ ਕਰਨਾ ਪਿਆ ਕਿ ਇਹ ਸੋਹਣਾ ਬੋਲਦੇ ਨੇ ਜਾਂ ਸੋਹਣਾ ਲਿਖਦੇ ਨੇ। ਫਿਰ ਇੱਕ ਵਕਫਾ ਆਇਆ, ਫਿਰ ਇਹਨਾਂ ਨੂੰ ਅਸੀਂ ਸਿਆਸਤ ਦੇ ਮੈਦਾਨੇ ਅਮਲ 'ਚ ਵੇਖਿਆ। ਉੱਥੇ ਇਹਨਾਂ ਦੀਆਂ ਜਜ਼ਬਾਤੀ ਔਰ ਬੜੀਆਂ ਜਜ਼ਬਾਤ ਦੇ ਵਿੱਚ ਇਨਸਾਨ ਜਜ਼ਬਾਤ ਔਰ ਅਕਲ ਜਿਹੜੇ ਨੇ ਉਹ ਮੁਖਤਲਿਫ ਸੰਮਤ 'ਚ ਚੱਲਣ ਵਾਲੇ ਮੁਸਾਫਰ ਨੇ। ਪਰ ਇਹਨਾਂ ਨੂੰ ਜਦ ਅਸੀਂ ਟੁਰਦਿਆਂ ਵੇਖਿਆ ਤੇ ਇਹ ਜਜ਼ਬਾਤ ਨੂੰ ਅਕਲ ਦੇ ਤਾਬੇ ਰੱਖ ਕੇ ਗੱਲ ਕਰਨ ਦਾ ਹੁਨਰ ਜਾਣਦੇ ਸਨ। ਤੇ ਅੱਛਾ ਔਰ ਵੱਡਾ ਖਤੀਬ ਉਹ ਹੀ ਹੁੰਦਾ ਹੈ, ਵੱਡਾ ਬੰਦਾ ਵੀ ਉਹ ਹੁੰਦਾ ਹੈ ਜਿਹੜਾ ਇਸ ਹੁਨਰ ਤੋਂ ਜਾਣੂ ਹੋਵੇ, ਵਾਕਿਫ ਹੋਵੇ। ਮੁਦੱਸਰ ਇਕਬਾਲ ਭੱਟ ਜੀ ਨਾਲ, ਰੋਜ਼ਵਾਰ ਭੁਲੇਖਾ ਨਾਲ ਇਹਨਾਂ ਦੀ ਰਫਾਕਤ ਤਵੀਲ ਹੈ। ਤਵਾਲਤ ਮਾਹੋ ਸਾਲ 'ਚ ਨਹੀਂ ਨਾਪੀ ਜਾਂਦੀ, ਰਿਸ਼ਤਾ ਗਹਿਰਾਈ ਨਾਲ ਨਾਪਿਆ ਜਾਂਦਾ ਹੈ। ਬੜਾ ਗੂੜਾ ਰਿਸ਼ਤਾ, ਬੜਾ ਗੂੜਾ ਤਾਲੁਕ। ਅੱਗੇ ਫੈਸਲ ਅਬਾਸੀ ਜੀ ਆਜ਼ਰ ਬਾਈ ਜਾਨ ਕਹਿ ਰਹੇ ਸਨ, तो मैं समझना आज़र भाईजान ज़बीउल्लाह भाईजान आख्या जाए तो ज़्यादा बेहतर है।
ਤੇ ਦਾਵਤ ਦੇਵਾਂਗਾ, ਬੇਨਤੀ ਹੈ ਜਨਾਬ ਜ਼ਬੀਉल्ला ਬਲਗਨ ਜੀ ਅੱਗੇ ਆਉਣ ਤੇ ਆਪਣੇ ਵਿਚਾਰ ਸਾਂਝੇ ਕਰਨ। ਸਭ ਤੋਂ ਪਹਿਲੇ ਤੇ ਨਦੀਮ ਰਜ਼ਾ ਸਾਹਿਬ ਦਾ ਬਹੁਤ ਸ਼ੁਕਰੀਆ, ਲੇਕਿਨ ਥੋੜ੍ਹਾ ਜਿਹਾ ਉਹਨਾਂ ਨਾਲ ਇਖਤਲਾਫ ਕਰਦੇ ਹੋਏ ਅਰਜ਼ ਕਰਾਂਗਾ ਕਿ ਕਾਸ਼ ਮੈਂ ਤੁਹਾਡੇ ਜਿੰਨਾ ਸੋਹਣਾ ਬੋਲਦਾ ਹੁੰਦਾ ਜਾਂ ਮੇਰੇ ਕੋਲ ਪੰਜਾਬੀ ਜ਼ੁਬਾਨ ਦੇ ਅਲਫਾਜ਼ ਦਾ ਉਹ ਜ਼ਖੀਰਾ ਮੈਨੂੰ ਮੈਸਰ ਹੁੰਦਾ ਜਿਹੜਾ ਮਾਸ਼ਾਅੱਲਾ ਤੁਸੀਂ ਅਜ਼ਬਰ ਕਰ ਲਿਆ ਹੈ ਔਰ ਤੁਸੀਂ ਸਿੱਖ ਲਿਆ ਹੈ ਔਰ ਆਪਣੀ ਗੁਫ਼ਤਗੂ ਦਾ ਹਿੱਸਾ ਬਣਾ ਲਿਆ। ਹੁਣੇ ਗੱਲ ਹੋ ਰਹੀ ਸੀ ਕਿ ਪੰਜਾਬੀ ਜ਼ੁਬਾਨ ਦੀ ਰੋਜ਼ਨਾਮਾ ਭੁਲੇਖਾ ਦੀ, ਮੈਂ ਸਮਝਦਾ ਕਿ ਮੁਦੱਸਰ ਇਕਬਾਲ ਭੱਟ ਸਾਹਿਬ ਦੀ ਸ਼ਖਸੀਅਤ ਦਾ ਇਜਾਜ਼ ਹੈ। ਕੁਛ ਸ਼ਖਸੀਅਤ ਐਸੀਆਂ ਹੁੰਦੀਆਂ ਨੇ, ਕੁਛ ਜਿਸਮ ਐਸੇ ਹੁੰਦੇ ਨੇ, ਕੁਛ ਰੂਹਾਂ ਐਸੀਆਂ ਹੁੰਦੀਆਂ ਨੇ, ਕੁਝ ਇਨਸਾਨ ਐਸੇ ਹੁੰਦੇ ਨੇ, ਅਸੀਂ ਕਹਿਣ 'ਤੇ ਮਜਬੂਰ ਹੋ ਜਾਂਦੇ ਹਾਂ ਕਿ ਯਾਰ ਉਹ ਤਾਂ ਮਕਨਾਤੀਸੀ ਸ਼ਖਸੀਅਤ ਹੈ। ਔਰ ਮੁਦੱਸਰ ਇਕਬਾਲ ਭੱਟ ਸਾਹਿਬ ਦੀ ਜ਼ਾਤ ਇਹ ਮੈਂ ਕੋਈ ਸੁਣੀ ਸੁਣਾਈ ਗੱਲ ਕੋਈ ਨਹੀਂ, ਨਾ ਕਿਸੇ ਕਿਤਾਬ 'ਤੇ ਪੜ੍ਹੀ ਹੈ, ਨਾ ਕਿਸੇ ਮਹਿਫਲ 'ਚ ਸੁਣੀ ਹੈ। ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਨਾ ਕਿ ਹੰਡੀ ਵਰਤੀ ਗੱਲ ਦੱਸਣਾ ਕਿ ਭੱਟ ਸਾਹਿਬ ਦੀ ਸ਼ਖਸੀਅਤ ਮਕਨਾਤੀਸੀ ਸ਼ਖਸੀਅਤ ਹੈ। ਬਖੁਦਾ ਇਹਨਾਂ ਤੋਂ ਵੱਖ ਨਹੀਂ ਹੋਇਆ ਜਾਂਦਾ, ਮਗਰ ਇਹਨਾਂ ਤੋਂ ਵੱਖ ਨਹੀਂ ਰਿਹਾ ਜਾ ਸਕਦਾ। ਇਹ ਪਤਾ ਨਹੀਂ ਕੀ ਸਤਾਰਾ ਲੈ ਕੇ ਪੈਦਾ ਹੋਏ ਨੇ, ਕੀ ਅੱਲਾ ਰੱਬੁਲ ਆਲਮੀਨ ਨੇ ਇਹਨਾਂ ਨੂੰ ਇਹਨਾਂ ਦੀ ਸ਼ਖਸੀਅਤ ਦੇ ਅੰਦਰ ਇੱਕ ਮਸਬਤ ਜਿਹੜੀ ਅਟਰੈਕਸ਼ਨ ਜਿਹੜੀ ਉਹ ਰੱਖ ਦਿੱਤੀ ਹੈ। ਅਸਾਂ ਐਸੇ ਸ਼ਹਿਰ ਲਾਹੌਰ ਦੇ ਵਿੱਚ ਭੱਟ ਸਾਹਿਬ ਦਾ ਤਾਰਫ ਇੱਕ ਸੁਲਤਾਨ ਰਈ ਦੇ ਤੌਰ 'ਤੇ ਵੀ ਵੇਖਿਆ ਵੇ, ਅਸੀਂ ਮੁਸਤਫਾ ਕੁਰੈਸ਼ੀ ਵਰਗਾ ਵੀ ਇਹਨਾਂ ਨੂੰ ਵੇਖਿਆ ਹੈ। ਲੇਕਿਨ ਕੁਰਾਨ ਨੇ ਨਾ ਇੱਕ ਛੋਟਾ ਜਿਹਾ ਇੱਕ ਨਕਸ਼ਾ ਖਿੱਚਿਆ ਹੈ। ਕੁਰਾਨ ਨੇ ਕਿਹਾ ਹੈ ਕਿ ਜਿਹੜਾ ਬੰਦਾ ਇਹ ਮੋਮਨ ਹੁੰਦਾ ਹੈ ਨਾ, ਉਹ ਦੋਸਤਾਂ ਵਾਸਤੇ ਰੇਸ਼ਮ ਦੀ ਤਰ੍ਹਾਂ ਨਰਮ ਹੁੰਦਾ ਹੈ ਤੇ ਦੁਸ਼ਮਣਾਂ ਵਾਸਤੇ ਫੌਲਾਦ ਦੀ ਤਰ੍ਹਾਂ ਸਖਤ ਹੁੰਦਾ ਹੈ। ਤੇ ਅਸੀਂ ਇਹ ਤਾਰੀਫ ਜਿਹੜੀ ਹੈ ਨਾ ਭੱਟ ਸਾਹਿਬ ਦੀ ਸ਼ਖਸੀਅਤ ਵਿੱਚ ਦੇਖ ਲਈ ਕਿ ਉਹਨੇ ਹੀ ਜਿਹੜੇ ਨੇ ਨਰਮ ਰਹੇ, ਰੇਸ਼ਮ ਦੀ ਤਰ੍ਹਾਂ ਰਹੇ, ਖੂਬਸੂਰਤ ਰਹੇ। ਔਰ ਜਿਨਨੇ ਫਿਰ ਲਲਕਾਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਤੇ ਫਿਰ ਭੱਟ ਸਾਹਿਬ ਦੀ ਲਲਕਾਰ ਉਹਦੀ ਲਲਕਾਰ ਨੂੰ ਖਾ ਗਈ ਹੈ। ਅਸਾਂ ਲਾਹੌਰ 'ਚ ਵੇਖਿਆ ਅੱਲਾ ਦੇ ਫਜ਼ਲ ਨਾਲ। ਗੱਲ ਹੋ ਰਹੀ ਹੈ ਪੰਜਾਬੀ ਜ਼ੁਬਾਨ ਦੀ ਨਾ ਜੀ। ਪੰਜਾਬੀ ਜ਼ੁਬਾਨ ਦੀ ਗੱਲ ਕਰਦਿਆਂ ਹੋਇਆਂ ਇੱਥੇ ਤੁਰਕੀ ਦਾ ਵੀ ਜ਼ਿਕਰ ਹੋਇਆ, ਉਰਦੂ ਦਾ ਵੀ ਜ਼ਿਕਰ ਹੋਇਆ, ਸਿੰਧੀ ਦਾ ਵੀ ਜ਼ਿਕਰ ਹੋਇਆ, ਚਾਈਨੀਜ਼ ਜ਼ੁਬਾਨ ਦਾ ਵੀ ਜ਼ਿਕਰ ਹੋਇਆ। ਮੈਂ ਜ਼ਾਤੀ ਤੌਰ 'ਤੇ ਸਮਝਦਾ ਕਿ ਸਾਰੀਆਂ 6000 ਜ਼ੁਬਾਨਾਂ ਜਿਹੜੀਆਂ ਨੇ, ਕੁਝ ਜ਼ਿਆਦਾ ਹੀ ਹੋਣਗੀਆਂ ਇਸ ਤੋਂ, ਇਹ ਸਾਰੀਆਂ ਜ਼ੁਬਾਨਾਂ ਬੋਲਣ ਵਾਲਿਆਂ ਨੂੰ ਇਹ ਹੱਕ ਹਾਸਲ ਹੈ ਕਿ ਉਹ ਆਪਣੀ ਮਾਦਰੀ ਜ਼ੁਬਾਨ ਦੇ ਨਾਲ ਮੁਹੱਬਤ ਕਰਨ। ਅਸੀਂ ਜਦੋਂ ਪੰਜਾਬੀ ਦੀ ਗੱਲ ਕਰਨੇ ਆ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਕੋਲੋਂ ਉਹ ਹੱਕ ਖੋਣ ਦੀ ਕੋਈ ਗੱਲ ਕਰਨੇ ਆ। ਅਸੀਂ ਨਾ ਤੁਹਾਡਾ ਹੱਕ ਪਹੁੰਚਦਾ, ਤੁਸੀਂ ਉਹਨਾਂ ਨਾਲ ਪਿਆਰ ਕਰੋ। ਮੈਂ ਚੌਧਰੀ ਇਲਿਆਸ ਘੁੰਮਣ ਸਾਹਿਬ ਔਰ ਮੁਦੱਸਰ ਇਕਬਾਲ ਭੱਟ ਸਾਹਿਬ ਦੀ ਜਿਹੜੀ ਇਹ ਜਦੋਜਹਿਦ ਹੈ, ਮੈਂ ਜਿਹੜਾ ਉਹਨੂੰ ਸਮਝਿਆ ਨਾ ਥੋੜ੍ਹਾ ਜਿਹਾ, ਮੈਂ ਉਹ ਇਹ ਸਮਝਿਆ ਕਿ ਉਹ ਉਹਨਾਂ ਨੂੰ ਨਹੀਂ ਆਉਂਦੇ ਕਿ ਤੁਸੀਂ ਜਿਹੜਾ ਵੇ ਆਪਣੀ ਜ਼ੁਬਾਨ ਛੱਡ ਕੇ ਤੇ ਪੰਜਾਬੀ ਬੋਲਿਆ ਕਰੋ। ਉਹ ਆਪਣੇ ਪੰਜਾਬੀਆਂ ਨੂੰ ਮੁਖਾਤਬ ਕਰਕੇ ਇਹ ਕਹਿੰਦੇ ਨੇ, ਉਹਨਾਂ ਨੂੰ ਮੁਖਾਤਬ ਕਰਦਿਆਂ ਹੋਇਆਂ ਕਹਿੰਦੇ ਨੇ, ਉਹ ਅੱਲਾ ਦੇ ਬੰਦੇ ਹੋ, ਉਹ ਜਿਸ ਧਰਤੀ 'ਤੇ ਸਾਹ ਲਿਆ ਜੇ, ਜਿਸ ਧਰਤੀ 'ਤੇ ਤੁਸੀਂ ਜੰਮੇ ਜੇ, ਉਸ ਮਾਂ ਬੋਲੀ ਨਾਲ ਤੇ ਬੇਵਫਾਈ ਨਾ ਕਰੋ। ਕਮ ਅਜ਼ ਕਮ ਇੱਥੇ ਤੇ ਉਹਦੇ ਨਾਲ ਬੇਵਫਾਈ ਨਾ ਕਰੋ। ਅਸੀਂ ਗੱਲ ਪੇ ਕਰਦੇ ਸਾਂ, ਸਿੰਧ ਦੇ ਵਿੱਚ ਬੜਾ ਖੂਬਸੂਰਤ ਉਹਨਾਂ ਨੇ ਕਿ ਦੱਸਿਆ ਕਿ ਉੱਥੇ ਵਾਕਈ ਇਸ ਤਰ੍ਹਾਂ ਹੀ ਗੱਲ ਹੈ। ਉੱਥੇ ਵਾਲ ਚਾਕੀਆਂ ਦੀਵਾਰਾਂ 'ਤੇ ਉਹ ਵੀ ਸਿੰਧੀ ਜ਼ੁਬਾਨ ਵਿੱਚ ਹੀ ਹੁੰਦੀ ਹੈ। ਸਾਡਾ ਵੀ ਚੱਕਰ ਲੱਗਦਾ ਰਹਿੰਦਾ ਹੈ। ਲੇਕਿਨ ਕਿੱਡੇ ਅਫਸੋਸ ਦੀ ਗੱਲ ਹੈ, 6 ਕਰੋੜ ਜਾਂ ਹੋਣ ਤੁਸੀਂ ਨਦੀਮ ਰਜ਼ਾ ਸਾਹਿਬ 7 ਕਰੋੜ ਆਬਾਦੀ ਲਾ ਲਓ, ਉਹਦੀ 6.5-7 ਕਰੋੜ ਦੇ ਦਰਮਿਆਨ ਆਬਾਦੀ ਹੈ ਸੂਬਾ ਸਿੰਧ ਦੀ। ਪੰਜਾਬ ਦੀ ਆਬਾਦੀ 14 ਤੋਂ 15 ਕਰੋੜ ਦੇ ਦਰਮਿਆਨ ਪਹੁੰਚ ਗਈ ਹੈ। ਔਰ ਪੰਜਾਬ ਤੋਂ ਅੱਧੇ ਰਕਬੇ ਦਾ ਸੂਬਾ ਜਿਹੜਾ ਹੈ ਉਹਦਾ ਇਸਤਹਿਕਾਕ ਹੈ ਵੇ, ਉਹਨੂੰ ਹੱਕ ਹਾਸਲ ਹੈ ਕਿ ਉਹ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਜਿਹੜਾ ਵੇ ਸੜਕਾਂ 'ਤੇ ਸਾਈਨ ਬੋਰਡ ਵੀ ਲਾ ਸਕਦਾ ਵੇ, ਸ਼ਨਾਖਤੀ ਕਾਰਡ ਵੀ ਬਣਵਾ ਸਕਦਾ ਵੇ, ਔਰ ਵਾਲ ਚਾਕਿੰਗ ਵੀ ਕਰ ਸਕਦਾ ਹੈ। ਆਪਣੀਆਂ ਦੁਕਾਨਾਂ ਦੇ ਬਾਹਰ ਜਿਹੜਾ ਵੇ ਸਾਈਨ ਬੋਰਡ ਜਿਹੜੇ ਉਹ ਵੀ ਸਿੰਧੀ ਜ਼ੁਬਾਨ ਵਿੱਚ ਲਿਖ ਸਕਦਾ ਹੈ। ਲੇਕਿਨ ਕਿਆ ਯਾਰ ਤੈਨੂੰ ਤੇ ਮੈਨੂੰ ਇਹ ਜ਼ਿਆਦਤੀ ਮਹਿਸੂਸ ਨਹੀਂ ਹੁੰਦੀ
ਕਿ ਅਸੀਂ 14 ਤੋਂ 15 ਕਰੋੜ ਜਿਹੜੇ ਆ ਏਡੇ ਗੁਲਾਮ ਇਬਨੇ ਗੁਲਾਮ ਜਾਂ ਭੇਡ ਬੱਕਰੀਆਂ ਬਣ ਗਏ ਆ ਕਿ ਸਾਡੇ ਉੱਤੇ ਤੂੰ ਆਪਣੀ ਮਰਜ਼ੀ ਦੀ ਜ਼ੁਬਾਨ ਮੁਸੱਲਤ ਕਰਨਾ ਚਾਹੁੰਦਾ। ਸਾਨੂੰ ਇਹ ਹੱਕ ਵੀ ਨਹੀਂ ਦੇਣਾ ਚਾਹੁੰਦਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਪ੍ਰੈਕਟਿਸ ਕਰ ਸਕੀਏ, ਬੋਲ ਸਕੀਏ। ਇਹ ਖੁਦਾ ਦੀ ਕਸਮ ਗੱਲ ਅਸਬੀਅਤ ਦੀ ਨਹੀਂ ਹੈਗੀ, ਅਸਬੀਅਤ ਦੀ ਗੱਲ ਨਹੀਂ ਕਰ ਰਿਹਾ। 90 ਤੁਲੀ ਪੜ੍ਹੀ ਲਿਖੀ ਇਨਸਾਫ ਲੈਣ ਦੀ, ਇਨਸਾਫ ਦੇਣ ਦੀ ਗੱਲ ਹੈ, ਜਸਟਿਸ ਦੀ ਗੱਲ ਹੈ। ਸਿੰਪਲ ਪ੍ਰਿੰਸੀਪਲ ਹੈ ਨਾ। ਯਾਰ ਮੇਰੀ ਮਰਜ਼ੀ ਹੈ ਨਾ, ਮੈਂ ਜਿਹੜੀ ਮਰਜ਼ੀ ਜ਼ੁਬਾਨ ਦੇ ਵਿੱਚ ਗੱਲ ਕਰਾਂ, ਤੇ ਜਿੱਥੇ 15 ਤੋਂ 17 ਕਰੋੜ ਲੋਕ ਉਹ ਜ਼ੁਬਾਨ ਬੋਲਦੇ ਹੋਣ ਤੇ ਤੁਸੀਂ ਉਹਨੂੰ ਇਹ ਹੱਕ ਨਾ ਦੇਵੋ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੇ ਜਿਹੜੀ ਕਿਤਾਬ ਵਿੱਚ ਸਿਲੇਬਸ ਪੜ੍ਹਨਾ ਚਾਹੁੰਦਾ, ਜਿਹੜੀ ਜ਼ੁਬਾਨ ਵਿੱਚ ਸਿਲੇਬਸ ਪੜ੍ਹਨਾ ਚਾਹੁੰਦਾ ਤੂੰ ਪੜ੍ਹ ਲੈ। ਤੇ ਕਿਆ ਫਿਰ ਉਹ ਹੁਕਮਰਾਨ ਜਿਹੜਾ ਵੀ ਉਹ ਡਿਕਟੇਟਰ ਔਰ ਜ਼ਾਲਮ, ਉਹਨੂੰ ਕਹਿਣਾ ਕੋਈ ਗੁਨਾਹ ਦਾ ਕੰਮ ਹੈ? ਕੋਈ ਉਹਦੇ ਖਿਲਾਫ ਤੇ ਜਹਾਦ ਹੋਣਾ ਚਾਹੀਦਾ, ਇਹ ਹੱਕ ਤੇ ਲੈਣਾ ਚਾਹੀਦਾ, ਇਹ ਲੜਾਈ ਤੇ ਹੋਣੀ ਚਾਹੀਦੀ ਹੈ, ਜੰਗ ਤੇ ਹੋਣੀ ਚਾਹੀਦੀ ਹੈ। ਔਰ ਮੈਂ ਮੁਦੱਸਰ ਇਕਬਾਲ ਭੱਟ ਸਾਹਿਬ ਨੂੰ ਸਲਾਮ ਪੇਸ਼ ਕਰਦਾ ਕਿ ਉਹਨਾਂ ਨੇ 35 ਸਾਲ ਤੇ ਸਾਨੂੰ ਇੱਕ ਡਾਕੂਮੈਂਟ ਨਜ਼ਰ ਆ ਰਿਹਾ ਨਾ, ਰੋਜ਼ਵਾਰ ਭੁਲੇਖਾ, ਰੋਜ਼ਨਾਮਾ ਭੁਲੇਖਾ, ਇਹ ਤੇ ਇੱਕ ਡਾਕੂਮੈਂਟ ਨਜ਼ਰ ਆ ਰਿਹਾ ਸਾਨੂੰ 35 ਸਾਲ ਤੋਂ। ਲੇਕਿਨ ਪਤਾ ਨਹੀਂ ਇਸ ਤੋਂ ਕਿੰਨੀ ਦੇਰ ਪਹਿਲਾਂ ਤੋਂ ਉਹਨਾਂ ਨੇ ਪੰਜਾਬੀ ਦਾ ਨਾਰਾ ਲਾਇਆ ਹੋਣਾ ਤੇ ਉਸ ਤੋਂ ਬਾਅਦ ਅਖਬਾਰ ਨਿਕਲਿਆ ਹੋਣਾ। ਮੈਂ ਤੁਹਾਨੂੰ ਪਤਾ ਨਹੀਂ 45 ਤੋਂ 50 ਸਾਲ ਸਮਝਦਾ ਹੋਵਾਂਗਾ, ਮੈਂ ਤਾਂ 35 ਵਾਰੀ ਨਹੀਂ ਸਮਝਦਾ। 35 ਸਾਲਾਂ ਦਾ ਤਾਂ ਰਜਿਸਟਰਡ ਡਾਕੂਮੈਂਟ ਹੈ ਨਾ ਸਾਡੇ ਕੋਲ। ਔਰ ਬੀਇੰਗ ਇੱਕ ਸਹਾਫੀ ਕਾਰਕੁਨ ਨਦੀਮ ਰਜ਼ਾ ਸਾਹਿਬ ਨੇ ਗੱਲ ਕੀਤੀ ਹੈ ਕਿ 5 ਸਾਲਾਂ ਦਾ ਤਲਕ ਹੈ। ਮੈਂ ਇਸ ਤੋਂ ਪਿੱਛੇ ਨਹੀਂ ਜਾਂਦਾ, ਮੈਂ ਚਲੋ 5 ਦੀ ਗਵਾਹੀ ਨੂੰ ਲੈ ਕੇ ਅੱਗੇ ਟੁਰਦਾ। ਨਦੀਮ ਰਜ਼ਾ ਸਾਹਿਬ ਇਮਾਨਦਾਰੀ ਦੇ ਨਾਲ ਦੱਸਿਆ ਜੇ ਕਿ ਕਿੰਨੇ ਲਾਹੌਰ ਦੇ ਵਿੱਚ, ਕਾਈ ਸਾਹਿਬ ਤੁਸੀਂ ਵੀ ਗਵਾਹ ਜੇ, ਕਿੰਨੇ ਅਖਬਾਰ ਅਸੀਂ ਸ਼ੁਰੂ ਹੁੰਦੇ ਵੇਖੇ ਨੇ 5 ਤੋਂ 30 ਸਾਲਾਂ ਤੋਂ, ਉਂਗਲੀਆਂ ਤੇ ਗਿਣਨ ਲੱਗੀਏ ਤੇ ਪੋਟੇ ਖਤਮ ਹੋ ਜਾਂਦੇ ਨੇ। ਅਖਬਾਰ ਸ਼ਾਇਆ ਹੋਣਾ ਸ਼ੁਰੂ ਵੀ ਹੁੰਦੇ ਨੇ, ਅਖਬਾਰ ਨਿਕਲਦੇ ਨੇ ਤੇ ਅਖਬਾਰ ਬੰਦ ਵੀ ਹੁੰਦੇ ਨੇ, ਅਸੀਂ ਬੰਦ ਹੁੰਦੇ ਵੀ ਵੇਖੇ ਨੇ। ਪੁੱਛੀਦਾ ਕਿਉਂ ਬੰਦ ਹੋਣਦੇ? ਕਹਿੰਦੇ ਨੇ ਅਖਰਾਜਾਤ ਨਹੀਂ ਪੂਰੇ ਹੁੰਦੇ, ਪ੍ਰੋਫਿਟ ਘਟ ਗਿਆ। ਇਹ ਉਹ ਸੇਠਾਂ ਦੇ ਅਖਬਾਰ ਹੁੰਦੇ ਨੇ, ਉਹ ਨੁਕਸਾਨ ਵਿੱਚ ਨਹੀਂ ਜਾ ਰਹੇ ਹੁੰਦੇ, ਉਹਨਾਂ ਦਾ ਸਿਰਫ ਮੁਨਾਫਾ ਘੱਟ ਹੁੰਦਾ। ਮੁਨਾਫਾ ਘੱਟ ਹੁੰਦਾ ਤਾਂ ਉਹ ਕਹਿੰਦੇ ਨੇ ਯਾਰ ਬੰਦ ਕਰ ਦਿਓ, ਦਫਾ ਕਰੋ, ਮਰੀ ਵਾਲਾ ਪ੍ਰੋਜੈਕਟ ਹੈ ਨਾ ਆਪਣਾ, ਉਹ ਫਲਾਣਾ ਟਾਊਨ ਬਣਿਆ ਹੋਇਆ ਨਾ, ਬਸ ਠੀਕ ਹੈ, ਫਲਾਣੀ ਯੂਨੀਵਰਸਿਟੀ ਚੱਲ ਰਹੀ ਹੈ ਨਾ, ਇਟਸ ਓਕੇ, ਬੰਦ ਕਰ ਦਿਓ ਅਖਬਾਰ ਤੁਸੀਂ। ਇੱਥੇ ਦਰਜਨੋਂ ਅਖਬਾਰ ਅਸੀਂ ਨਿਕਲਦੇ ਵੇਖੇ, ਦਰਜਨੋਂ ਬੰਦ ਹੁੰਦੇ ਦੇਖੇ। ਲੇਕਿਨ ਮੈਂ ਸਲਾਮ ਪੇਸ਼ ਕਰਨਾ ਮੁਦੱਸਰ ਇਕਬਾਲ ਭੱਟ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਕਿ ਉਹਨਾਂ ਨੇ ਰੋਜ਼ਨਾਮਾ ਭੁਲੇਖਾ ਦੇ ਨਾਲ ਜਿਹੜਾ ਵੇ, ਜਿਵੇਂ ਰੋਜ਼ੇ ਜਿਹੜੇ ਨੇ ਪੂਰੇ 30 ਜਾਂ 29 ਹੁੰਦੇ ਨੇ, ਕਦੀ ਗੁਜ਼ਾਰ ਨਹੀਂ ਹੋ ਸਕਦੇ, ਛੱਡੇ ਨਹੀਂ ਜਾ ਸਕਦੇ, ਉਹਨਾਂ ਅਖਬਾਰ ਕੱਢਣਾ ਨਹੀਂ ਛੱਡਿਆ। ਮੈਂ ਸਲਾਮ ਪੇਸ਼ ਕਰਦਾ ਹਾਂ ਚੌਧਰੀ ਇਲਿਆਸ ਘੁੰਮਣ ਸਾਹਿਬ, ਮੁਦੱਸਰ ਇਕਬਾਲ ਭੱਟ ਸਾਹਿਬ, ਨਦੀਮ ਰਜ਼ਾ ਸਾਹਿਬ। ਮੈਂ ਤੁਹਾਨੂੰ ਇਹ ਯਕੀਨ ਦਿਵਾਨਾ ਕਿ ਇਨਸ਼ਾ ਅੱਲਾਹੁਲ ਅਜ਼ੀਜ਼ ਮੈਂ ਇੱਕ ਸਹਾਫੀ ਕਾਰਕੁਨ ਦੀ ਹਸੀਅਤ ਦੇ ਨਾਲ, ਪੰਜਾਬੀ ਜ਼ੁਬਾਨ ਦੀ ਤਹਿਰੀਕ ਦੇ ਇੱਕ ਕਾਰਕੁਨ ਦੀ ਹਸੀਅਤ ਦੇ ਨਾਲ, ਮੈਨੂੰ ਜਿੱਥੇ ਆਵਾਜ਼ ਦਿਓਗੇ ਇਨਸ਼ਾ ਅੱਲਾਹੁਲ ਅਜ਼ੀਮ ਦਾਮੇ ਦਰਮੇ ਸੁਖ ਨੇ, ਮੈਂ ਇਨਸ਼ਾ ਅੱਲਾ ਤੁਹਾਡੇ ਨਾਲ ਖੜਾ ਹੋਵਾਂਗਾ। ਤੁਹਾਡਾ ਬਹੁਤ ਸ਼ੁਕਰੀਆ। ਪੰਜਾਬੀ ਤਹਿਰੀਕ ਦੀ ਜਦ ਅਸੀਂ ਗੱਲ ਕਰਦੇ ਹਾਂ ਤੇ ਪੰਜਾਬੀ ਤਹਿਰੀਕ ਬੁਲੰਦ ਆਹੰਗ ਹੈ, ਇਹ ਮੀਸਨਿਆਂ ਵਾਲੀ ਤਹਿਰੀਕ ਨਹੀਂ ਹੈ। ਇਹ ਗੱਜ ਵੱਜ ਕੇ ਅਗਾਂਹ ਵੱਧਦੀ ਹੈ, ਇਹ ਮੁਨਾਫਕਾਂ ਵਾਲੀ ਤਹਿਰੀਕ ਨਹੀਂ ਹੈ। ਤੇ ਇਹਦੇ ਜਿਹੜੇ ਆਗੂ ਨੇ, ਜਿਹੜੇ ਲੀਡਰ ਨੇ, ਉਹਨਾਂ ਦੀ ਆਵਾਜ਼ ਅਗਰ ਇਲਿਆਸ ਘੁੰਮਣ ਜੀ ਵਰਗੀ ਹੋਵੇ ਤੇ ਤਾਂ ਹੀ ਗੱਲ ਬਣਦੀ। ਤੇ ਸਾਡੇ ਵੱਡੇ ਵੀਰ ਇਲਿਆਸ ਘੁੰਮਣ ਜੀ ਦੇ ਨਾਲ ਖਲੋ ਕੇ ਮੈਦਾਨ ਦੇ ਵਿੱਚ ਜਿਹੜਾ ਸਾਡਾ ਸੱਜਣ ਪਿਆਰਾ ਅੱਡੀਆਂ ਮਾਰ ਕੇ ਮੁਖਾਲਫਾਂ ਨੂੰ, ਪੰਜਾਬੀ ਮੁਖਾਲਫਾਂ ਨੂੰ ਲਲਕਾਰ ਕੇ ਗੱਲ ਕਰਦਾ ਹੈ, ਜਿਹੜਾ ਪੰਜਾਬੀ ਦੁਸ਼ਮਣਾਂ ਨੂੰ ਗਿਰਬਾਨ ਤੋਂ ਗਲਮਿਓਂ ਫੜ ਕੇ ਸਿੱਧੇ ਰਾਹ ਪਾਉਣ ਦਾ ਹੁਨਰ ਜਾਣਦਾ ਹੈ, ਉਹ ਸੱਜਣ ਪਿਆਰਾ ਸਾਡਾ ਦੋਸਤ ਕਾਜ਼ੀ ਤਾਰਕ ਸਾਡੇ ਵਿੱਚ ਮੌਜੂਦ ਹੈ। ਤੇ ਮੈਂ ਕਾਜ਼ੀ ਤਾਰਕ ਜੀ ਨੂੰ ਆਖਾਂਗਾ, ਬੇਨਤੀ ਕਰਾਂਗਾ ਕਿ ਸਟੇਜ 'ਤੇ ਆਉਣ, ਆਪਣੇ ਵਿਚਾਰ ਸਾਂਝੇ ਕਰਨ ਤੇ ਭੁਲੇਖਾ ਦੇ 35 ਵਰੇ ਮੁਦੱਸਰ ਇਕਬਾਲ ਭੱਟ ਜੀ ਦੀ ਵੀ ਵਰ੍ਹੇਗੰਢ ਹੈ ਤੇ ਇਹਦੇ ਬਾਰੇ ਆਪਣੀਆਂ ਮੁਹੱਬਤਾਂ ਦੀ ਸਾਂਝ ਪਾਉਣ। ਗੱਲ ਇਹ ਹੈ ਕਿ ਅਸੀਂ ਤੇ ਪੰਜਾਬੀ ਦੀ ਅਗਰ ਕਿਸੇ ਜਗ੍ਹਾ ਦੇ ਉੱਤੇ, ਕੋਈ ਕਿਸੇ ਮਹਾਜ਼ ਦੇ ਉੱਤੇ ਕੋਈ ਜਿੰਨੀ ਕੁ ਆਪਣੇ ਤਾਈਂ ਜਿਹੜੀ ਕੋਸ਼ਿਸ਼ ਕਰ ਸਕਦੇ ਸੀਗੇ, ਉਹ ਭੱਟ ਸਾਹਿਬ ਤੋਂ ਤੇ ਇਲਿਆਸ ਘੁੰਮਣ ਹੋਰਾਂ ਤੋਂ ਸਿੱਖੀ। ਨਦੀਮ ਸਾਹਿਬ ਤੇ ਮੈਂ, ਅਸੀਂ ਪੁਰਾਣੇ ਯਾਨੀ ਜਰਨਲਿਜ਼ਮ ਦੇ ਪਹਿਲੇ ਦਿਨ ਦੇ ਸਾਥੀ ਹਾਂ।
ਤੇ ਅਸੀਂ ਉਸ ਤੋਂ ਬਾਅਦ ਸਾਨੂੰ ਫਿਰ ਭੱਟ ਸਾਹਿਬ, ਬਲਕਿ ਭੱਟ ਸਾਹਿਬ ਨੂੰ ਅਸੀਂ ਝੱਲ ਗਏ ਤੇ ਭੱਟ ਸਾਹਿਬ ਸਾਨੂੰ ਝੱਲ ਗਏ। ਤੇ ਫਿਰ ਉਸ ਤੋਂ ਬਾਅਦ ਸਾਡੇ ਵਿੱਚ ਇਹ ਉਰਦੂ ਦੇ ਵਿੱਚ, ਅਗਰ ਮੈਂ ਦੋਸਤਾਂ ਨੂੰ ਕਹਿੰਦਾ ਹੁੰਦਾ ਕਿ ਉਰਦੂ ਲਿਖਣ ਦੇ ਵਿੱਚ ਤੇ ਬੋਲਣ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਨਦੀਮ ਰਜ਼ਾ ਦੇ ਪਾਏ ਦਾ ਕੋਈ ਹੋਰ ਸ਼ਖਸੀਅਤ, ਚਾਹੇ ਜਿੰਨੇ ਮਰਜ਼ੀ ਤੁਹਾਡੇ ਵੱਡੇ ਨਾਮ ਨੇ, ਕਾਲਮਿਸਟ ਨੇ, ਮੈਂ ਸਮਝਦਾ ਕਿ ਐਡੀਟੋਰੀਅਲ ਦੀ ਅਗਰ ਗੱਲ ਹੋਏਗੀ, ਮੈਗਜ਼ੀਨ ਦੀ ਗੱਲ ਹੋਏਗੀ ਜਾਂ ਲਿਖਣ ਲਿਖਾਣ ਦੀ ਗੱਲ ਹੋਏਗੀ ਤੇ ਨਦੀਮ ਰਜ਼ਾ ਤੋਂ ਬਾਅਦ। ਤੇ ਮੈਂ ਇਹਦੇ ਵੱਲ ਦੇਖ ਕੇ ਉਰਦੂ ਜਰਨਲਿਜ਼ਮ ਵੱਲ ਆਇਆ ਸੀ ਤੇ ਇਹ ਤੇ ਮੈਂ ਫਿਰ ਭੱਟ ਸਾਹਿਬ ਵੱਲ ਪੈ ਗਏ। ਹੁਣ ਸਾਨੂੰ ਅਸੀਂ ਉਰਦੂ ਵਾਲੇ ਪਾਸੋਂ ਨਿਕਲ ਕੇ ਤੇ ਪੰਜਾਬੀ ਵਾਲੇ ਪਾਸੇ ਆ ਗਏ। ਤੇ ਪਿਛਲੇ 20-25 ਸਾਲ ਤੋਂ ਭੱਟ ਸਾਹਿਬ ਦੀ ਸੰਗਤ ਦੇ ਵਿੱਚ, ਯਾਨੀ ਅਸੀਂ ਤੇ ਭੱਟ ਸਾਹਿਬ ਦੀ ਮੁਹੱਬਤ ਦੇ ਵਿੱਚ ਇੰਨਾ ਕੁ ਕੁਝ ਮਿਲਿਆ ਕਿ ਭੱਟ ਸਾਹਿਬ ਕਿਸੇ ਜਗ੍ਹਾ ਦੇ ਉੱਤੇ ਬਸ ਐਵੇਂ ਇਸ਼ਾਰਾ ਹੀ ਕਰਦੇ ਹੁੰਦੇ ਸੀਗੇ ਤੇ ਅਸੀਂ ਅੱਗੇ ਖੜੇ ਹੁੰਦੇ ਸੀ ਕਿ ਐਸੀ ਤੈਸੀ। ਹੁਣ ਫਿਰ ਭੱਟ ਸਾਹਿਬ ਵੀ ਕਹਿਣਗੇ ਤੇ ਬਾਅਦ 'ਚ ਹੀ ਮੁੜਾਂਗੇ। ਜਿਹੜੀ ਗੱਲ ਹੈ ਭੁਲੇਖੇ ਦੀ, ਤੇ ਮੈਂ ਸਮਝਦਾ ਹਾਂ ਕਿ ਭੱਟ ਸਾਹਿਬ ਨੇ ਇਹ 35 ਵਰ੍ਹੇ ਦੀ ਨਹੀਂ, ਇਹ ਭੱਟ ਸਾਹਿਬ ਦੀ ਸਾਰੀ ਹਯਾਤੀ ਦੀ, ਯਾਨੀ ਜਦੋਂ ਭੱਟ ਸਾਹਿਬ ਇੱਥੇ ਆਏ ਸੀਗੇ ਉਸ ਤੋਂ ਪਹਿਲੇ ਸਟੂਡੈਂਟ ਲੀਡਰ ਸੀ, ਜਰਨਲਿਜ਼ਮ 'ਚ ਆਏ ਸੀ। ਤੇ ਉਸ ਦੌਰ ਦੇ ਜਿਹੜੇ ਉੱਥੋਂ ਦੇ ਜਾਂ ਪੰਜਾਬ ਦੀ ਸਿਆਸਤ ਦੇ ਜਿਹੜੇ, ਬਲਕਿ ਮੁਲਕੀ ਸਤ੍ਹਾ ਦੇ ਭੱਟ ਸਾਹਿਬ, ਚੱਠਾ ਸਾਹਿਬ ਜਿਹੜੇ ਸੀ, ਉਹ ਅੱਜ ਕੱਲ੍ਹ ਉਹ ਭੱਟ ਸਾਹਿਬ ਦੇ ਦੋਸਤ ਨੇ ਕਿ ਜਿਹੜੇ ਉਦੋਂ ਫਰੂਨ ਗਿਣੇ ਜਾਂਦੇ ਸੀ ਤੇ ਮੰਨੇ ਵੀ ਜਾਂਦੇ ਸੀਗੇ ਗੁਜਰਾਂਵਾਲੇ ਦੇ ਵਿੱਚ, ਉਦੋਂ ਉਹਨਾਂ ਨੂੰ ਲਲਕਾਰਿਆ, ਜਰਨਲਿਜ਼ਮ 'ਚ ਆ ਗਏ। ਔਰ ਅਸੀਂ ਇੱਕ ਜਗ੍ਹਾ ਦੇ ਉੱਤੇ ਕੋਈ ਮਸਲਾ ਬਣਿਆ ਤਾਂ ਉਹਨਾਂ ਨੇ ਨਾ ਭੱਟ ਸਾਹਿਬ ਨੂੰ ਕੋਈ ਥੋੜ੍ਹਾ ਜਿਹਾ ਐਵੇਂ ਉਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸੇ ਜਗ੍ਹਾ 'ਤੇ ਸੁਣਵਾਈ ਕੀਤੀ ਕਿ ਭੱਟ ਸਾਹਿਬ ਸਾਨੂੰ ਪਤਾ ਵਾ ਤੁਹਾਡੇ 'ਤੇ ਕੋਈ 2-3 ਪਰਚੇ ਵੀ ਹੋਏ ਨੇ। ਇਸਲਾਮਾਬਾਦ ਬੈਠੇ ਸੀਗੇ ਘੁੰਮਣ ਸਾਹਿਬ, ਹਾਂਜੀ, ਮੈਂ ਭੱਟ ਸਾਹਿਬ ਸੀ, ਇੱਕ ਸਾਡੇ ਦੋਸਤ ਸੀ ਚੌਧਰੀ ਗੁਲਜ਼ਾਰ ਸਾਹਿਬ ਉਹ ਸੀ, ਤੇ ਅਫਜ਼ਲ ਭੱਟ ਸਾਹਿਬ ਜਿਹੜੇ PFUJ ਦੇ ਪ੍ਰੈਜ਼ੀਡੈਂਟ ਨੇ ਉਹ ਬੈਠੇ ਸੀ। ਕੋਈ ਮਸਲਾ ਸਾਡਾ ਕੋਈ ਤਨਾਜ਼ਾ ਚੱਲ ਰਿਹਾ ਪਿਆ ਸੀਗਾ ਤੇ ਉਹਦੇ ਵਿੱਚ ਸੁਲਹ ਸਫਾਈ ਵਾਸਤੇ, ਤੇ ਉਹਨਾਂ ਨੇ ਕੋਈ ਗੱਲ ਕੀਤੀ ਕਿ ਅਸੀਂ ਜਨਾਬ ਤੁਸੀਂ ਸਾਡੀ ਕਰਪਸ਼ਨ ਛਾਪਦੇ ਹੋ ਤੇ ਤੁਹਾਡਾ ਵੀ ਸਾਨੂੰ ਪਤਾ ਤੁਹਾਡੇ 'ਤੇ ਕੋਈ 2-4 FIR ਹੈਗੀਆਂ। ਤੇ ਭੱਟ ਸਾਹਿਬ ਨੇ ਉਹਨਾਂ ਨੂੰ ਨਾ ਉਹ 2-3 ਥਾਣੇ ਪਿੰਡ ਦੇ ਦੱਸੇ। ਉਹਨਾਂ ਨੇ ਕਿਹਾ ਯਾਰ ਉੱਥੇ ਕੋਈ 157 ਮਿਰਦੇ ਨੇ, ਜਾ ਕੇ ਉੱਥੋਂ ਲੈ ਲਓ FIR, ਤੁਸੀਂ ਤਾਂ 2-3 ਦੀ ਗੱਲ ਕਰਦੇ ਹੋ। ਤੇ ਗੱਲ ਰਹੀ ਪੰਜਾਬੀ ਦੀ, 35 ਵਰ੍ਹਿਆਂ ਦਾ ਭੁਲੇਖਾ ਹੋ ਗਿਆ। ਲੇਕਿਨ ਮੈਂ ਸਮਝਦਾ ਵਾਂ ਕਿ ਸਾਡੇ ਦਿਨ ਜਿਹੜਾ ਨਾ ਉਹ 8 ਘੰਟੇ ਦਾ ਗਿਣਿਆ ਜਾਂਦਾ, ਤੇ ਜਰਨਲਿਜ਼ਮ ਦੇ ਵਿੱਚ 24 ਘੰਟੇ ਹੀ ਹੁੰਦੇ ਨੇ, ਨਾ ਸੌਣ ਦਾ ਟਾਈਮ ਨਾ ਜਾਗਣ ਦਾ ਟਾਈਮ। ਇਹ ਉਹ ਖੂਹ ਆ ਕਿ ਜਿਹੜਾ ਸੁਬਾਹ ਕੱਢਣਾ ਸ਼ੁਰੂ ਕਰੀਦਾ ਵਾ ਤੇ ਰਾਤ ਨੂੰ 1 ਵਜੇ ਇਹਦੇ ਵਿੱਚੋਂ ਪਾਣੀ ਪੀ ਕੇ ਤੇ ਫਿਰ ਸੋ ਜਾਈਦਾ ਤੇ ਸੁਬਾਹ ਫਿਰ ਨਵਾਂ ਖੂਹ ਕੱਢਣਾ ਵਾ। ਤੇ ਭੱਟ ਸਾਹਿਬ ਮੁਸਲਸਲ 35 ਸਾਲਾਂ ਤੋਂ ਪੰਜਾਬੀ ਦਾ ਜਿਹੜਾ ਖੂਹ ਆ ਨਾ, ਤੇ ਪੰਜਾਬੀ ਦੀ ਜਿਹੜੀ ਉਹਦੀ ਆਬਿਆਰੀ ਕਰਦੇ ਪਏ ਨੇ ਨਾ, ਇਹ ਭੱਟ ਸਾਹਿਬ ਦਾ ਹੀ ਕਾਰਨਾਮਾ। ਤੇ ਭੱਟ ਸਾਹਿਬ ਮੇਰੇ ਵੱਲੋਂ ਢੇਰ ਵਧਾਈਆਂ। ਭੱਟ ਸਾਹਿਬ ਦੀ ਸਾਲਗਿਰਾ ਵੀ ਹੈ, 17-18 ਸਾਲ ਦੇ ਹੋ ਗਏ ਨੇ, ਤੇ ਉਹਦੇ ਵੱਲੋਂ ਵੀ ਇਲਿਆਸ ਘੁੰਮਣ ਸਾਹਿਬ ਉਹਨਾਂ ਵਾਸਤੇ ਬਹੁਤ ਸਾਰੀਆਂ ਦੁਆਵਾਂ, ਨਦੀਮ ਰਜ਼ਾ ਸਾਹਿਬ ਵਾਸਤੇ, ਔਰ ਸਭ ਤੋਂ ਜ਼ਿਆਦਾ ਕਿ ਭੱਟ ਸਾਹਿਬ ਨੂੰ ਯਾਨੀ ਚਲਾਉਣ ਵਾਲੇ ਤੇ ਬਰਦਾਸ਼ਤ ਕਰਨ ਵਾਲੇ ਸਾਡਾ ਭਤੀਜਾ ਵੀ ਆ, ਮੇਰਾ ਭਰਾ ਵੀ ਆ, ਬਿਲਾਲ ਮੁਦੱਸਰ ਭੱਟ, ਉਹਦੇ ਵਾਸਤੇ ਤਾਂ ਬਹੁਤ ਸਾਰੀਆਂ ਦੁਆਵਾਂ ਕਿ ਉਹ ਅੱਲਾ ਜਿਹੜਾ ਭੱਟ ਸਾਹਿਬ ਨੇ ਇੱਕ ਬੂਟਾ ਲਾਇਆ ਵਾ ਕਿ ਉਹ ਚੱਲਦਾ ਰਹੇ। ਕਿਹੜੀਆਂ ਸਹੂਲਤਾਂ ਨਹੀਂ ਜਿਹੜੀਆਂ ਇਹਨਾਂ ਦੋਨਾਂ ਦੋਸਤਾਂ ਨੇ ਨਹੀਂ ਲਈਆਂ, ਔਰ ਅੱਜ ਵੀ ਭੁਲੇਖਾ ਹੀ ਆ। ਔਰ ਭੱਟ ਸਾਹਿਬ ਸਾਡੀ ਦੁਆ ਵਾ ਕਿ ਤੁਸੀਂ ਲੋਕਾਂ ਦੇ ਇਹਨਾਂ ਹਕੂਮਤਾਂ ਦੇ ਭੁਲੇਖੇ ਇੰਝ ਹੀ ਕੱਢਦੇ ਰਹੋ, ਇਹਨਾਂ ਨੂੰ ਦੱਸਦੇ ਰਹੋ ਕਿ ਇਸ ਭੁਲੇਖੇ 'ਚ ਨਾ ਰਹਿਣਾ। ਪੰਜਾਬੀ ਹੈ ਨੇ, ਪੰਜਾਬੀ ਮਰੇ ਨਹੀਂ, ਪੰਜਾਬੀ ਜਿਉਂਦੇ ਨੇ। ਤੇ ਆਖਰ ਤੇ ਫਿਰ ਭੱਟ ਸਾਹਿਬ ਬਹੁਤ ਸਾਰੀਆਂ ਦੁਆਵਾਂ, ਖੁਸ਼ ਰਹੋ, ਆਬਾਦ ਰਹੋ, ਤੁਹਾਡਾ ਅਖਬਾਰ ਚੱਲਦਾ ਰਹੇ, ਤੁਹਾਡੇ ਨਾਲ ਹੀ ਸਾਡੀਆਂ ਰੌਣਕਾਂ ਨੇ ਭੱਟ ਸਾਹਿਬ। ਤੇ ਅਸੀਂ ਤੇ ਭੱਟ ਸਾਹਿਬ ਹਮੇਸ਼ਾ ਅੱਗੇ ਸਾਲਗਿਰਾ ਦੇ ਵੱਲ ਨਾਲ ਮੈਂ ਕਿਹਾ ਸੀਗਾ ਕਿ 17-18 ਸਾਲ ਦੇ ਅਸੀਂ ਕਹਿੰਦੇ ਇੱਥੇ ਹੀ ਰੁਕ ਜਾਓ। ਸ਼ੁਕਰੀਆ ਜੀ। ਆਮ ਤੌਰ ਤੇ ਹੁੰਦਾ ਇਹ ਵੇ ਕਿ ਜਿਹੜੇ ਮੈਦਾਨੇ ਅਮਲ ਦੇ ਲੀਡਰ ਹੁੰਦੇ ਨੇ ਉਹ ਅਦਬੀ ਹਵਾਲੇ ਨਾਲ ਤੰਗ ਦਸਤ ਹੁੰਦੇ ਨੇ, ਉਹਨਾਂ ਦਾ ਹੱਥ ਤੰਗ ਹੁੰਦਾ ਹੈ। ਜਿਹੜੇ ਤਕਰੀਰ ਦੇ ਵੱਡੇ ਨਾਂ ਹੁੰਦੇ ਨੇ, ਤਹਿਰੀਰ 'ਚ ਉਹਨਾਂ ਦੀ ਮਹਾਰਤ ਉਹ ਨਹੀਂ ਹੁੰਦੀ, ਜਾਂ ਜਿਹੜੇ ਤਹਿਰੀਰ ਦੇ ਮੈਦਾਨ ਦੇ ਵੱਡੇ ਮੁਜਾਹਿਦ ਹੁੰਦੇ ਨੇ, ਜਦ ਗੱਲ ਤਕਰੀਰ ਦੀ ਹੁੰਦੀ ਹੈ ਤੇ ਫਿਰ ਉਹ ਉਂਝ ਸੋਹਣੀਆਂ ਗੱਲਾਂ ਨਹੀਂ ਕਰ ਸਕਦੇ। ਮਿਸਾਲਾਂ ਢੇਰ ਨੇ, ਤੇ ਇੱਕ ਮਿਸਾਲ ਹੀ ਕਾਫੀ ਹੈ, ਬਾਸਤਰ ਸਾਹਿਬ ਦੀ ਮਿਸਾਲ ਹੀ ਕਾਫੀ ਹੈ ਕਿ ਬਹੁਤ ਸੋਹਣਾ ਲਿਖਦੇ ਸਨ, ਪਰ ਜਦ ਬੋਲਦੇ ਸਨ ਤੇ ਸਵਾਦ ਨਹੀਂ ਸੀ ਆਉਂਦਾ ਉਹਨਾਂ। ਪਰ ਇਲਿਆਸ ਘੁੰਮਣ ਜੀ ਬਿਲਕੁਲ ਮੁਖਤਲਿਫ ਨੇ, ਬਿਲਕੁਲ ਵੱਖਰੇ ਨੇ।
ਜ਼ਹੀਨ ਲੋਕ ਚੌਂਕਿ ਅੱਲਾਹ ਤਾਲਾ ਟੈਲੈਂਟ ਉਹਨਾਂ ਨੂੰ ਅਤਾ ਕਰਕੇ ਦੁਨੀਆ 'ਚ ਘੱਲਦਾ ਹੈ, ਉਹ ਗਿਣੇ ਚੁਣੇ ਹੀ ਹੁੰਦੇ ਨੇ। ਅਤੇ ਜਦ ਕਿਸੇ ਲੀਡਰ ਦੇ ਵਿੱਚ ਇੱਕ ਸ਼ਊਰ, ਇੱਕ ਖਾਸ ਕਿਸਮ ਦਾ ਸ਼ਊਰ, ਜਿਹੜਾ ਲਿਟਰੇਰੀ ਸ਼ਊਰ ਹੁੰਦਾ ਹੈ, ਆਪਣੀ ਧਰਤੀ ਨਾਲ ਜੁੜਨ ਦਾ ਸ਼ਊਰ ਹੁੰਦਾ ਹੈ, ਜਦ ਉਹਦੇ ਦਿਲ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਇਹਦੀ ਰੌਸ਼ਨੀ ਹੋਵੇ, ਤੇ ਫਿਰ ਅਜਿਹਾ ਲੀਡਰ, ਅਜਿਹਾ ਕਾਇਦ ਤਾਰੀਖ ਦਾ ਰੁਖ ਮੋੜਦਾ ਹੈ, ਤਾਰੀਖ ਦਾ ਰੁਖ ਮੁਤੱਯਨ ਕਰਦਾ ਹੈ। ਸਾਡੀ ਪੰਜਾਬੀ ਬੋਲੀ, ਸਾਡੀ ਪੰਜਾਬੀ ਤਹਿਰੀਕ ਨੂੰ ਜ਼ਿੰਦਗੀ ਦੇਣ ਵਾਲੇ, ਪੰਜਾਬੀ ਸਹਾਫਤ ਨੂੰ ਜ਼ਿੰਦਾ ਰੱਖਣ ਵਾਲੇ, ਸਾਧ ਦੇ ਰਾਹੀਂ, ਭੁਲੇਖਾ ਦੇ ਰਾਹੀਂ, ਸਾਡੀ ਪੰਜਾਬੀ ਲਿਟਰੇਚਰ ਨੂੰ ਆਬਾਦ ਰੱਖਣ ਵਾਲੇ, ਸਾਨੂੰ ਸਾਡੀ ਪਛਾਣ ਅਜੋਕੇ ਵੇਲੇ ਦੇ ਵਿੱਚ ਨਵੀਂ ਨਸਲ ਦਾ ਇਹ ਅਹਿਸਾਸੇ ਕਮਤਰੀ ਦੂਰ ਕਰਨ ਵਾਲੇ ਕਿ ਸਾਡੇ ਪੱਲੇ ਅਦਬੀ ਹਵਾਲੇ ਨਾਲ ਕੱਖ ਨਹੀਂ ਹੈ, ਸ਼ਊਰੀ ਹਵਾਲੇ ਨਾਲ ਕੱਖ ਨਹੀਂ ਹੈ, ਸਾਡਾ ਇਹ ਭੁਲੇਖਾ ਦੂਰ ਕਰਨ ਵਾਲੇ ਵੀਰ ਇਲਿਆਸ ਘੁੰਮਣ ਜੀ, ਮੈਂ ਦਾਵਤ ਦੇਵਾਂਗਾ ਉਹਨਾਂ ਨੂੰ ਬੜੇ ਹੀ ਇਹਤਰਾਮ, ਬੜੇ ਹੀ ਮਾਣ ਨਾਲ ਕਿ ਆਉਣ ਤੇ ਵਿਚਾਰ ਸਾਂਝੇ ਕਰਨ। ਬਹੁਤ ਸ਼ੁਕਰੀਆ ਜੀ ਨਦੀਮ ਰਜ਼ਾ ਸਾਹਿਬ। ਸਾਡੇ ਕਾਜ਼ੀ ਸਾਹਿਬ ਨੇ ਖੂਹ ਦੀ ਗੱਲ ਕੀਤੀ, ਜਿਹੜਾ ਪੰਜਾਬੀ ਅਖਬਾਰ ਕੱਢਣਾ ਜਾਂ ਕੋਈ ਵੀ ਅਖਬਾਰ ਕੱਢਣਾ, ਉਹ ਇੰਝ ਹੀ ਹੈ ਜਿਵੇਂ ਤੁਸੀਂ ਕਿਸੇ ਅੰਨੇ ਖੂਹ ਦੇ ਵਿੱਚ ਨਾ ਪੈਸੇ ਸੁੱਟੀ ਜਾਓ, ਨਾ ਉਸ ਅੰਨੇ ਖੂਹ ਨੇ ਭਰਨਾ ਤੇ ਨਾ ਹੀ ਉਹਦੀ ਡਿਮਾਂਡ ਮੁੱਕਣੀ ਹੈ। ਤੇ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਕੀ ਕੀਤਾ ਕਿ ਉਹਨਾਂ ਨੂੰ ਇਹ ਸਾਰੀ ਜ਼ਰੂਰਤ ਦਾ ਪਤਾ ਸੀ ਕਿ ਇਹ ਕੀ ਰਿਕੁਆਇਰਮੈਂਟ ਇਸ ਅਖਬਾਰ ਦੀ। ਉਹਨਾਂ ਉਸ ਅੰਨੇ ਖੂਹ ਨੂੰ ਆਪਣੀ ਮਿਹਨਤ, ਆਪਣੇ ਹਲੂਸ ਨਾਲ ਭਰਿਆ। ਭਾਵੇਂ 4 ਸਫ਼ਿਆਂ ਦਾ ਅਖਬਾਰ ਹੋਵੇ ਨਾ, ਕਿਉਂਕਿ ਦੱਸ ਰਹੇ ਸਨ ਸਾਡੇ ਦੋਸਤ ਸੱਜਣ ਦੀ ਗੱਲ, ਕਿਉਂਕਿ ਮੈਂ ਉਹਦਾ ਇੱਕ ਵਰਕਰ ਦੀ ਤਰ੍ਹਾਂ ਮੈਂ ਕੰਮ ਕੀਤਾ। ਹਾਲਾਂ ਮੈਂ ਇੱਕ ਸਰਕਾਰੀ ਮਹਿਕਮੇ ਦਾ ਅਫਸਰ ਸਾਂ, ਪਰ 4 ਵੱਜਦੇ ਸਨ ਤੇ ਮੈਂ ਜਿੱਥੇ ਵੀ ਹੁੰਦਾ ਸਾਂ, ਮੈਂ ਕੋਈ 65-70 ਕਿਲੋਮੀਟਰ ਦੂਰ ਸਾਂ, ਮੈਂ ਆਉਂਦਾ ਸਾਂ ਔਰ ਸਾਰਾ ਯਾਨੀ ਰਾਤ ਕੰਮ ਕਰਕੇ ਤੇ ਸਵੇਰ ਕਾਪੀਆਂ ਚਲੀਆਂ ਜਾਣੀਆਂ ਤੇ ਅਸੀਂ ਫਿਰ ਵਾਪਸ ਆਪਣੇ ਦਫ਼ਤਰ ਬਹਿਣਾ। ਯਾਨੀ ਮੈਂ ਨਹੀਂ, ਸਿਰਫ ਇਸੇ ਤਰ੍ਹਾਂ ਦੇ ਹੀ ਬਹੁਤ ਸਾਰੇ ਕਾਜ਼ੀ ਸਾਹਿਬ, ਉਹਦੇ ਵਰਕਰ ਹੀ ਇਸ ਤਰ੍ਹਾਂ ਦੇ ਸਨ। ਹਾਲਾਂ ਜਿਹੜੇ ਬੰਦੇ ਕੱਢਣ ਵਾਲੇ ਸਨ ਨਾ, ਹੁਸੈਨ ਨਕੀ ਸਾਹਿਬ ਤੇ ਜ਼ਫਰਯਾਬ ਸਾਹਿਬ ਉਰਦੂ ਸਪੀਕਿੰਗ ਸਨ। ਉਹਨਾਂ ਦਾ ਨਜ਼ਰੀਆ ਹੋਰ ਤਰ੍ਹਾਂ ਦਾ ਸੀ। ਉਹ ਕੋਈ ਪੰਜਾਬੀ ਹਿਦਮਤ ਦਾ ਉਹਨਾਂ ਦਾ ਆਪਣਾ ਅੰਦਾਜ਼ ਸੀ। ਉਹ ਇਹਨੂੰ ਇੱਕ ਕਹਿ ਰਹੇ ਸਨ ਕਿ ਇੱਕ ਤਰੱਕੀ ਪਸੰਦਾਨਾ ਸੋਚ ਕਿ ਲੋਕਾਂ ਦੀ ਜ਼ਬਾਨ ਹੋਣੀ ਚਾਹੀਦੀ, ਯਾਨੀ ਆਪਣਾ ਆਪਣਾ ਅੰਦਾਜ਼ ਹੁੰਦਾ ਨਾ ਹਿਦਮਤ ਦਾ। ਔਰ ਉਹਨਾਂ ਦੇ ਨਾਲ ਜਿੰਨੇ ਉਸ ਵੇਲੇ ਦੇ ਅਹਿਮ ਤਰੀਨ ਪੰਜਾਬੀ ਦੇ ਰਾਈਟਰ, ਕਹਾਣੀਕਾਰ, ਨਾਵਲਕਾਰ, ਸ਼ਾਇਰ ਉਸੇ ਤਰ੍ਹਾਂ ਹੀ ਰਜ਼ਾਕਰਾਨਾ ਕੰਮ ਕਰਦੇ ਸਨ। ਅਸੀਂ ਇਸ ਜੱਦੋ-ਜਹਿਦ ਨੂੰ ਜਨਾਬ ਸਮਝਣਾ ਕਿ ਇਹਦਾ ਮਤਲਬ ਕੀ ਹੈ ਪੰਜਾਬੀ ਜ਼ੁਬਾਨ ਦਾ। ਇਹਦਾ ਰਿਵਾਈਵਲ ਜਾਂ ਇਹਨੂੰ ਜ਼ਿੰਦਾ ਕਰਨ ਦਾ ਮਤਲਬ ਇਹ ਵੇ ਕਿ ਤੁਸੀਂ ਇਸ ਧਰਤੀ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਹੈ। ਤੁਸੀਂ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਲਸਾਨੀਅਤ ਪੈਦਾ ਹੁੰਦੀ ਹੈ, ਫਲਾਣਾ ਪੈਦਾ ਹੁੰਦਾ, ਨਹੀਂ, ਇਹਦੇ ਨਾਲ ਮੁਹਿੱਬੇ ਵਤਨ ਪੈਦਾ ਹੁੰਦੇ ਨੇ। ਜਦੋਂ ਤੁਸੀਂ ਵਾਰਿਸ ਸ਼ਾਹ, ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਦੀ ਤਾਲੀਮ ਦਿੰਦੇ ਹੋ, ਤੇ ਇਹਦਾ ਮਤਲਬ ਤੁਸੀਂ ਨਾਲ ਪੜ੍ਹਾਉਂਦੇ ਹੋ ਕਿ ਲਾਹੌਰ ਵਿੱਚ ਪੈਦਾ ਹੋਇਆ, ਸ਼ਿਵਪੁਰ ਵਿੱਚ ਪੈਦਾ ਹੋਇਆ, ਇਹ ਕਸੂਰ ਵਿੱਚ ਪੈਦਾ ਹੋਇਆ, ਇਹ ਜਿਹੜਾ ਝੰਗ ਵਿੱਚ ਪੈਦਾ ਹੋਇਆ। ਤੁਸੀਂ ਉਹਨਾਂ ਧਰਤੀਆਂ ਦਾ ਨਾਲ ਸਬਕ ਦਿੰਦੇ ਹੋ। ਤੇ ਜਿੱਥੇ ਇਹਦੇ ਉਲਟ ਤੁਸੀਂ ਕਿਸੇ ਨੂੰ ਪੜ੍ਹਾ ਰਹੇ ਹੋ ਜੀ ਇਹ ਲਖਨਊ ਵਿੱਚ ਪੈਦਾ ਹੋਇਆ, ਉਹ ਜਨਾਬ ਦਿੱਲੀ ਪੈਦਾ ਹੋਇਆ ਜਾਂ ਲੰਦਨ ਪੈਦਾ ਹੋਇਆ ਜਾਂ ਉਹ ਕਿਸੇ ਹੋਰ ਜਗ੍ਹਾ ਪੈਦਾ ਹੋਇਆ, ਤੁਸੀਂ ਉਸ ਇੱਕ ਬਚਪਨ ਦੀ ਜਿਹੜੀ ਇੱਕ ਸਲੇਟ ਹੈ ਨਾ, ਉਹਨਾਂ ਧਰਤੀਆਂ ਦੀ ਅਕੀਦਤ ਪੈਦਾ ਕਰ ਦਿੰਦੇ ਹੋ। ਫਿਰ ਕਹਿੰਦੇ ਹੋ ਕੋਈ ਬੱਚਾ ਕਵੇ ਕਿ ਯਾਰ ਪਾਕਿਸਤਾਨ ਨਾਲ ਮੁਹੱਬਤ ਜਿਹੜੀ ਹੋਵੇ ਪੈਦਾ, ਉਹ ਕਿੱਥੇ ਹੋਣੀ ਹੈ? ਉਹਨੂੰ ਜਿਹੜਾ ਇਹ ਲਿਬਾਸ ਪੱਗ ਉੱਪਰ ਹੀ ਲੱਗੇਗੀ, ਉਹਨੂੰ ਟੋਪੀ ਹੈਟ ਜ਼ਿਆਦਾ ਉਹ ਫੈਮਿਲੀਅਰ ਉਹਦੇ ਨਾਲ ਹੋਏਗਾ। ਆਪਣੀ ਜ਼ਬਾਨ ਉਹਨੂੰ ਉੱਪਰ ਹੀ ਲੱਗੇਗੀ, ਕਿਉਂਕਿ ਤੁਸੀਂ ਉਹਨੂੰ ਪੜ੍ਹਾਈ ਨਹੀਂ ਹੋ ਸਕੂਲ ਦੇ ਵਿੱਚ। ਸਾਡੇ ਕੋਲ ਪ੍ਰਾਇਮਰੀ ਦੇ तमाम ਕੋਰਸਿਸ
ਪਹਿਲੀ ਜਮਾਇਤ ਬਲਕਿ ਉਸ ਤੋਂ ਪਹਿਲਾਂ ਜਿਹੜਾ ਪਲੇ ਗਰੁੱਪ ਹੁੰਦਾ ਉਸ ਤੇ ਜਿਹਨੂੰ ਅਸੀਂ ਕੱਚੀ ਪੱਕੀ ਜਾਂਦੇ ਹਾਂ ਪੰਜਾਬੀ ਵਿੱਚ, ਉਦੋਂ ਲੈ ਕੇ ਤੇ ਸਾਰੇ ਕੋਰਸਸ ਜਿਹੜਾ ਸਾਡੇ ਮੌਜੂਦ ਨੇ, ਕਾਇਦੇ ਕਿਤਾਬਾਂ ਸਾਰੀਆਂ ਸਾਡੇ ਕੋਲ ਮੌਜੂਦ ਨੇ। ਔਰ ਫਿਲਹਾਲ ਸਾਡਾ ਯਾਨੀ ਇਰਾਦਾ ਵੀ ਔਰ ਅਮਲ ਵੀ ਇਹ ਵੇ ਕਿ ਅਸੀਂ ਉਹ ਫ੍ਰੀ ਕੋਰਸਸ ਦੇ ਤੌਰ ਤੇ ਮੁਫਤ ਵੰਡਨੇ ਆ। ਇਹ ਨਹੀਂ ਕਿ ਇੱਕ ਪੈਸਾ ਵੀ ਉਹਦਾ ਕਿਸੇ ਕੋਲ ਲੈਨੇ ਆ। ਇਹ ਜ਼ਰੂਰੀ ਏ। ਇਹ ਬੈਠੇ ਨੇ ਵਡਾਏ ਸਾਹਿਬ, ਇਹ ਸਾਰੇ ਦੋਸਤ ਇਸ ਤਹਿਰੀਕ ਦਾ ਹਿੱਸਾ ਨੇ, ਬਲਕਿ ਉਹ ਖੁਦ ਇਸ ਦੇ ਵਿੱਚ ਅਮਲ ਵੀ ਕਰਦੇ ਰਹੇ ਨੇ। ਅਸਾਂ ਇਸ ਪੰਜਾਬੀ ਜ਼ਬਾਨ ਨੂੰ ਕਤਲ ਮਰਨ ਨਹੀਂ ਦੇਣਾ। ਪੰਜਾਬੀ ਜ਼ਬਾਨ ਨੂੰ ਦੋਣਾ ਤੀਣਾ ਚੌਣਾ ਕਰਨਾ ਹੈ। ਅਸੀਂ ਸਾਰੇ ਝਾਕੇ ਲਾਣੇ ਨੇ। ਜਿਹੜਾ ਝਾਕਾ ਹੁਣ ਕੀ ਹੁੰਦਾ ਹੈ, ਇੱਥੇ ਤੁਸੀਂ ਕਈ ਦੋਸਤ ਆਉਂਦਿਆਂ ਬੋਲੇ ਨੇ ਨਾ, ਤੇ ਮੈਂ ਅੱਗੋਂ ਪੰਜਾਬੀ ਜਵਾਬ ਦਿੱਤਾ ਹੈ। ਪਹਿਲਾ ਝਾਕਾ ਤੇ ਇਹ ਵੇਖੋ ਰਿਹਾ ਅਗਲੇ ਨੂੰ ਪੰਜਾਬੀ ਆਉਂਦੀ ਹੈ ਕਿ ਨਹੀਂ, ਯਾਨੀ ਇੱਕ ਤੱਕੇ ਦਾ ਇੱਕ ਅਸਾਂ ਇੱਕ ਦੂਜੇ ਉੱਤੇ ਸ਼ੱਕ ਪਾ ਲਿਆ, ਪਤਾ ਨਹੀਂ ਅਸਲ ਜ਼ਬਾਨ ਹੋ ਰਹੀ ਉਰਦੂ ਜਾਂ ਇੰਗਲਿਸ਼। ਨਹੀਂ, ਇੱਥੇ ਦੇ ਹਰ ਬੰਦੇ ਨੂੰ ਪੰਜਾਬੀ ਆਉਂਦੀ ਹੈ। ਭਾਵੇਂ ਪਠਾਨ ਨਾਲ ਤੁਸੀਂ ਗੱਲ ਕਰਕੇ ਵੇਖੋ, ਉਹਦੇ ਨਾਲ ਸੌਦਾ ਕਰੋ, ਤੁਹਾਡੀ ਹਰ ਗੱਲ ਦਾ ਸਹੀ ਸਮਝੇਗਾ। ਪੰਜਾਬੀ ਵਿੱਚ ਕਰਕੇ ਵੇਖੋ, ਯਾਨੀ ਉਹਦੇ ਜਿਹੜੇ ਮਫਾਦਾਤ ਹੋਣਗੇ ਨਾ, ਉਹ ਸਮਝੇਗਾ ਪੂਰਾ ਕਿ ਇੱਥੇ ਇਹ 10 ਰੁਪਏ 5 ਰੁਪਏ 15 ਰੁਪਏ 35 34 ਇਹਦਾ ਕੀ ਮਤਲਬ ਹੈ। ਇਹਦਾ ਮਤਲਬ ਹੈ ਕਿ ਅਸਲ ਤੇ ਹੋਣਾ ਚਾਹੀਦਾ ਕਿ ਪਾਕਿਸਤਾਨ ਦੀ ਜਿਹੜੀ ਕੌਮੀ ਜ਼ਬਾਨ ਹੈ ਉਹ ਪੰਜਾਬੀ, ਔਰ ਨਾਲ ਸਿੰਧੀ, ਨਾਲ ਬਲੋਚੀ ਤੇ ਨਾਲ ਪਸ਼ਤੋ ਹੁੰਦੀ। ਇਸ ਲਈ ਇਹ ਜ਼ਰੂਰੀ ਹੈ ਕਿ ਕੌਮਾਂ ਦੀਆਂ ਜ਼ਬਾਨਾਂ ਨੂੰ ਕੌਮੀ ਜ਼ਬਾਨ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਇੱਕ ਬਾਹਰੋਂ ਜ਼ਬਾਨ। ਅਸੀਂ ਕਿਸੇ ਦੀ ਅਹਿਮੀਅਤ ਤੋਂ ਵੀ ਇਨਕਾਰ ਨਹੀਂ ਕਰਦੇ। ਕਮਿਊਨੀਕੇਸ਼ਨ ਠੀਕ ਹੈ, ਉਹ ਸਾਡੀਆਂ ਜ਼ਰੂਰਤਾਂ ਨੇ ਆਪਸ ਵਿੱਚ, ਉਹ ਰੱਖਣ ਉਹਨਾਂ ਨੂੰ ਉਸ ਹੱਦ ਤੱਕ, ਲੇਕਿਨ ਇੱਥੇ ਦੀਆਂ ਜ਼ਬਾਨਾਂ ਨੂੰ ਉਹਨਾਂ ਦਾ ਹੱਕ ਦੇਣਾ ਬੜਾ ਹੀ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਇੱਥੇ ਦੀ ਸਕਾਫਤ ਨੂੰ ਵੀ, ਭਾਵੇਂ ਉਹ ਸਾਡੀ ਲਿਬਾਸ ਤੇ ਹਸੀਅਤ ਨਾਲ ਹੋਵੇ। ਇੱਥੇ ਤੁਸੀਂ ਖੁਦ ਵੇਖਿਆ ਹੋਣਾ ਕਿ ਕੋਈ ਸਰਕਾਰੀ ਅਫਸਰ ਹੈ ਨਾ, ਤੇ ਹਰ ਬੰਦਾ ਲੰਘਦਾ ਜਾ ਰਿਹਾ, ਤੇ ਜਿਹੜਾ ਉਹਨਾਂ ਵੇਖਿਆ ਨਾ ਬੰਦਾ ਧੋਤੀ ਵਾਲਾ, ਕੋਈ ਮਾੜਾ ਜਿਹਾ ਕਿਸੇ ਨੇ ਪਟਕਾ ਪਾਏ ਸਿਰ ਤੇ, ਉਹ ਬਾਬਾ ਰੁਕ ਜਾ। ਯਾਨੀ ਆਪਣੇ ਹੀ ਮੁਲਕ ਦੇ ਵਿੱਚ ਇਸ ਧਰਤੀ ਦੇ ਬੰਦੇ ਨੂੰ ਰੋਕ ਦੇਣਾ। ਉਹਦੇ ਬਕੌਲੇ ਕੋਈ ਮਾੜਾ ਜਿਹਾ ਬੰਦਾ ਹੈ, ਗਰੀਬ ਬੰਦਾ ਹੈ, ਉਸ ਲਿਬਾਸ ਨੂੰ ਜਿਹੜਾ ਉਹ ਗਰੀਬਾਂ ਤੇ ਮਾੜਿਆਂ ਨਾਲ ਜੋੜ ਦਿੱਤਾ ਹੈ, ਜਾਹਲੀਅਤ ਨਾਲ ਜੋੜ ਦਿੱਤਾ ਹੈ। ਹਾਲਾਂ ਕੋਈ ਜਾਹਲ ਵੀ ਇਹ ਤੋਂ ਉਹਦਾ ਹੱਕ ਬਣਦਾ ਕਿ ਉਹਨੂੰ ਆਪਣੀ ਕੰਪਲੇਂਟ ਕਰਨ ਦਾ ਮੌਕਾ ਦਿੱਤਾ ਜਾਏ, ਔਰ ਇਹ ਹੁੰਦਾ ਵੀ ਹੈ। ਇਹ ਸਾਡਾ ਦੂਜਾ ਜਿਹੜਾ ਇਹ ਭੁਲੇਖਾ ਦੀ ਸਾਲਗਿਰਾ ਦੇ ਵਾਲੇ ਨਾਲ ਇਹ ਪੂਰਾ ਇੱਕ ਸੀਰੀਜ਼ ਪੇ ਚੱਲਦੀ ਹੈ, ਕਿਉਂਕਿ ਇੱਕ ਇੱਕ ਸਾਲ, ਇੱਕ ਇੱਕ ਲਮਹਾ, ਬਲਕਿ ਮੈਂ ਕਹਾਂਗਾ ਜਿਵੇਂ ਗੁਜ਼ਾਰਿਆ ਭੱਟ ਸਾਹਿਬ ਨੇ ਔਰ ਸਾਰੇ ਇਹਨਾਂ ਦੇ ਅਮਲੇ ਨੇ, ਕਿ ਇਹਨੂੰ ਅਖਬਾਰ ਨੂੰ ਤਹਈਆ ਕਰ ਲਿਆ। ਔਰ ਇਹ ਤਾਂ ਦੱਸਦੇ ਨਹੀਂ ਨਾ ਦਿਲ ਦੀ ਗੱਲ। ਇਹਨਾਂ ਕਿਹਾ ਕਿ ਮੇਰੇ ਕਰੋੜਾਂ ਦੇ ਪਲਾਟ ਵਿਕਦੇ ਨੇ, ਲੱਖਾਂ ਵਿੱਚ, ਤੇ ਮੈਂ ਵੇਚ ਕੇ ਭੁਲੇਖਾ ਨੂੰ ਜ਼ਿੰਦਾ ਰੱਖਣਾ। ਇਹ ਵੇ ਅਸਲ ਕੁਰਬਾਨੀ, ਕਿ ਬੰਦਾ ਇਹ ਤਹਈਆ ਕਰ ਲਵੇ ਕਿ ਇਸ ਸੁੱਤੀ ਹੋਈ ਕੌਮ ਨੂੰ ਮੈਂ ਜਗਾਣਾ ਹੈ, ਮੈਂ ਪੰਜਾਬੀ ਜ਼ਬਾਨ ਵੱਲ ਲੈ ਕੇ ਆਉਣਾ ਹੈ। ਔਰ ਇਹ ਜਿਵੇਂ ਮੈਂ ਪਹਿਲੇ ਹੀ ਕਿਹਾ ਕਿ ਇਹ ਪਾਕਿਸਤਾਨ ਨੂੰ ਮਜ਼ਬੂਤ ਕਰਨ ਦਾ ਹੀ ਇਹ ਰਾਹ ਵੇ। ਅਸੀਂ ਸਾਰੇ ਜਿਹੜਾ ਅਸੀਂ, ਬਲਕਿ ਮੈਂ ਤਾਂ ਕਈ ਜਗ੍ਹਾ ਇਹ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਫੌਜੀ ਅਫਸਰ ਵੀ ਹੈ ਇੱਥੋਂ ਬਲੋਚੀ ਪੜ੍ਹ ਕੇ ਜਾਏ, ਜਿਹੜਾ ਜਾ ਕੇ ਉੱਥੇ ਕੋਇਟਾ ਵਿੱਚ ਜਾਏ ਤੇ ਬਲੋਚਿਸਤਾਨ ਵਿੱਚ ਸਰਵਿਸ ਕਰਦਾ ਹੈ। ਇਹ ਝਾਕਾ ਜ਼ਬਾਨਾਂ ਦਾ ਇਹ ਲਾਣਾ ਚਾਹੀਦਾ ਹੈ। ਦੇਖੋ ਯੂਰਪ ਨੇ ਇੱਕ ਦੂਜੇ ਨੂੰ ਕੀ ਕੀਤਾ। ਅਗਰ ਤੁਸੀਂ ਇੰਗਲੈਂਡ ਵਿੱਚ ਜੰਮੇ ਹੋ ਤਾਂ ਤੁਹਾਨੂੰ ਇੱਕ ਜ਼ਬਾਨ ਹੋਰ ਯੂਰਪੀਅਨ ਅੰਗਰੇਜ਼ੀ ਤੋਂ ਇਲਾਵਾ ਭਾਵੇਂ ਜਰਮਨ ਪੜ੍ਹੋ ਜਾਂ ਫਰੈਂਚ ਪੜ੍ਹੋ, ਪੜ੍ਹਨੀ ਪੈਂਦੀ ਹੈ। ਇਹ ਇੱਕ ਦੂਜੇ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ। ਤੁਸੀਂ ਕਿਸੇ ਪਠਾਨ ਨਾਲ ਇੱਥੇ ਪਸ਼ਤੋ ਦੇ ਟੁੱਟੀ ਭੱਜੀ ਭਾਵੇਂ ਲਫ਼ਜ਼ ਬੋਲ ਕੇ ਵੇਖੋ, ਕਿੰਨਾ ਰਾਜ਼ੀ ਹੋ ਜਾਏਗਾ। ਇਹ ਜ਼ਬਾਨਾਂ ਪਾਕਿਸਤਾਨ ਨੂੰ ਮਜ਼ਬੂਤ ਕਰਨਗੀਆਂ। ਇਹ ਅਹਿਮਕ ਲੋਕ ਨੇ ਜਿਹੜੇ ਗੱਲ ਕਰਦੇ ਨੇ ਕਿ ਜ਼ਬਾਨਾਂ ਤੋਂ ਦੂਰੀਆਂ ਇਖਤਿਆਰ ਕਰੋ, ਲੋਕਲ ਸਕਾਫਤਾਂ ਨੂੰ ਦਬਾ ਕੇ ਰੱਖੋ। ਨਹੀਂ, ਇਹ ਜ਼ਬਾਨਾਂ ਪਾਕਿਸਤਾਨ ਨੂੰ ਮਜ਼ਬੂਤ ਕਰਨਗੀਆਂ। ਇੱਥੇ ਚਾਹੀਦਾ ਹੈ ਕਿ ਸਾਡੀ ਗਵਰਨਮੈਂਟ ਪੰਜਾਬੀ ਜ਼ਬਾਨ ਪੜ੍ਹਾਏ, ਤੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਬਾਹਰੋਂ ਜਿਹੜਾ ਵੀ ਇੱਥੇ ਅਫਸਰ ਆਉਂਦਾ ਹੈ ਉਹਨੂੰ ਇੱਥੇ ਪੰਜਾਬੀ ਆਉਣੀ ਚਾਹੀਦੀ ਹੈ। ਅਸੀਂ ਕੀ ਮਨਜ਼ੂਰ ਕਰਵਾਇਆ ਸੀ ਭੱਟ ਸਾਹਿਬ ਦੀ ਅਗਵਾਈ ਦੇ ਵਿੱਚ ਕਾਨੂੰਨ 2018 ਵਿੱਚ, ਉਹ ਇਹ ਸੀ ਕਿ ਹਰ ਸਾਲ
ਪੂਰੀ ਦੁਨੀਆ ਦੀਆਂ ਸਕਾਫਤਾਂ 'ਚ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਹਰ ਇੱਕ ਦਾ ਸਾਲ ਹੈ, ਜਿਵੇਂ ਚੀਨੀ ਸਾਲ ਸ਼ੁਰੂ ਹੁੰਦਾ ਹੈ ਨਵਾਂ, ਉਹਦੀ ਇਹ ਨਹੀਂ ਕਿ 1 ਜਨਵਰੀ ਤੋਂ ਸ਼ੁਰੂ ਹੁੰਦਾ ਹੈ, ਉਹਦੀ ਆਪਣੀ ਡੇਟ ਹੈ। ਜਾਪਾਨੀਆਂ ਦਾ ਆਪਣੀ ਡੇਟ ਹੈ, ਆਪਣਾ ਉਹਨਾਂ ਦਾ ਸਾਲ ਚੱਲਦਾ ਹੈ। ਇਸੇ ਤਰ੍ਹਾਂ ਹੀ ਪੰਜਾਬੀਆਂ ਦਾ ਦੇਸੀ ਮਹੀਨੇ ਜਿਹੜੇ ਨੇ ਉਹ ਚੇਤਰ ਵਿਸਾਖ ਤੋਂ ਸ਼ੁਰੂ ਹੁੰਦੇ ਨੇ। ਸਾਡਾ ਜਿਹੜਾ ਪੰਜਾਬੀ ਸਾਲ ਹੈ ਪਹਿਲੀ ਚੇਤਰ ਨੂੰ ਸ਼ੁਰੂ ਹੁੰਦਾ ਹੈ, ਔਰ ਐਸਾ ਸਾਇੰਟੀਫਿਕ ਸਾਡੇ ਬਜ਼ੁਰਗਾਂ ਨੇ ਕੈਲੰਡਰ ਬਣਾਇਆ ਕਿ ਅੱਜ ਵੀ ਉਹ ਪਹਿਲੀ ਚੇਤਰ ਹਰ ਸਾਲ ਹੀ 14 ਮਾਰਚ ਨੂੰ ਆਉਂਦੀ ਹੈ। ਯਾਨੀ ਅਜ਼ਮਤ ਹੈ ਉਸ ਕੈਲੰਡਰ ਦੀ। ਇਹ ਨਹੀਂ ਕਿ ਉਹ ਯਾਨੀ ਕਿ ਦੂਜੇ ਕੈਲੰਡਰਾਂ ਦੀ ਤਰ੍ਹਾਂ ਹਰ ਸਾਲ ਉਹਦੀ ਡੇਟ ਬਦਲ ਜੇ, ਨਹੀਂ, ਉਹਨੇ ਹਮੇਸ਼ਾ 14 ਮਾਰਚ ਨੂੰ ਆਉਣਾ ਹੈ। 14 ਮਾਰਚ ਪੰਜਾਬ ਦਾ ਪੰਜਾਬੀ ਸਕਾਫਤੀ ਦਿਨ ਹੁੰਦਾ ਹੈ। ਉਹ ਦਿਨ ਮਨਵਾਇਆ ਕੀ ਹੈ ਅਸੀਂ ਭੱਟ ਸਾਹਿਬ ਦੀ ਅਗਵਾਈ ਵਿੱਚ ਕਿ ਹਰ ਏਸੀ ਡੀਸੀ ਕਮਿਸ਼ਨਰ ਡੀਪੀਓ ਆਈਜੀ ਉਸ ਦਿਨ ਜਿਹੜਾ ਕਮ ਸੇ ਕਮ ਇੱਕ ਦਿਨ ਉਹ ਤਹਿਮਤ ਕੁੜਤਾ ਪਾ ਕੇ ਦਫ਼ਤਰ 'ਚ ਬੈਠੇ, ਫਿਰ ਉਹਦਾ ਸੰਤਰੀ ਨਹੀਂ ਰੋਕੇਗਾ। ਜਦੋਂ ਖੁਦ ਵੱਡਾ ਅਫਸਰ ਉਹਦਾ ਆਪ ਤਹਿਮਤ ਪਾ ਕੇ ਬੈਠਾ ਹੋਵੇਗਾ ਤਾਂ ਕਿਸੇ ਗਰੀਬ ਔਰਤ ਜਾਂ ਗਰੀਬ ਬੰਦੇ ਨੂੰ ਉਹਦੇ ਲਿਬਾਸ ਦੀ ਵਜ੍ਹਾ ਨਾਲ ਨਹੀਂ ਰੋਕੇਗਾ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਚੋਗੇ ਪਾ ਕੇ ਬੈਠੇ ਹੁੰਦੇ ਨੇ ਜੱਜ, ਇਹ ਉਹਨਾਂ ਤੇ ਵੀ ਹੋਣਾ ਚਾਹੀਦਾ ਕਿ ਜੱਜ ਵੀ ਤਹਿਮਤ ਕੁੜਤਾ ਪਾ ਕੇ ਬੈਠਾ ਹੋਵੇ, ਉਹਨੂੰ ਇਹਤਰਾਮ ਦੇਵੇ, ਪੱਗ ਪਾ ਕੇ ਬੈਠਾ ਹੋਵੇ। ਇਹ ਕੋਈ ਮਜ਼ਾਕ ਥੋੜ੍ਹੀ ਹੈ ਸਾਡਾ ਲਿਬਾਸ। ਫਿਰ ਜਿਹਨੂੰ ਫਾਹੇ ਲਾਇਆ ਜਾ ਰਿਹਾ ਹੁੰਦਾ ਉਹਦੇ ਬਾਰੇ ਬਹਿਸ ਜਦੋਂ ਅੰਗਰੇਜ਼ੀ ਵਿੱਚ ਹੋ ਰਹੀ ਹੁੰਦੀ ਹੈ ਤੇ ਜਿਹਨੂੰ ਇਹ ਫਾਹੇ ਲੱਗਣੇ ਉਹਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ, ਉਹ ਬਹਿਸ ਵੀ ਪੰਜਾਬੀ ਵਿੱਚ ਫਿਰ ਹੋਵੇ, ਉਹਨੂੰ ਸਮਝਾਇਆ ਜਾਏ ਭਈ ਇਹ ਤੇਰੇ ਬਾਰੇ ਇਹ ਜਿਹੜੀ ਅਗਵਾਈ ਪੈ ਗਈ ਆ। ਇਹ ਇੰਤਹਾਈ ਜ਼ਰੂਰੀ ਹੈ। ਯਾਨੀ ਸਾਡੇ ਬੁਨਿਆਦੀ ਕੀ ਨੇ ਡਿਮਾਂਡਾਂ ਪੰਜਾਬ ਦੇ ਵਿੱਚ? ਪੰਜਾਬੀ ਜ਼ਬਾਨ ਪ੍ਰਾਇਮਰੀ ਸਤ੍ਹਾ ਤੋਂ ਲਾਜ਼ਮੀ ਮਜ਼ਮੂਨ ਦੀ ਤਰ੍ਹਾਂ ਪੜ੍ਹਾਈ ਜਾਏ, ਔਰ ਗ੍ਰੈਜੂਏਸ਼ਨ ਤੀਕਰ ਜਿਸ ਤਰ੍ਹਾਂ ਸਿੰਧ ਦੇ ਵਿੱਚ ਭਾਵੇਂ ਕਿ ਉਰਦੂ ਸਪੀਕਿੰਗ ਹੈ ਨਾ ਕਰਾਚੀ ਦਾ, ਉਹ ਵੀ ਸਿੰਧੀ ਦਾ ਇਮਤਿਹਾਨ ਦਿੰਦਾ ਤਾਂ ਉਹਨੂੰ ਡਿਗਰੀ ਮਿਲਦੀ ਹੈ। ਇਸੇ ਤਰ੍ਹਾਂ ਕੋਈ ਵੀ ਪੰਜਾਬ ਦੇ ਸਕੂਲ ਕਾਲਜ ਪੜ੍ਹਦਾ ਉਹਨੂੰ ਪੰਜਾਬੀ ਪੜ੍ਹਨੀ ਪਵੇ ਲਾਜ਼ਮੀ, ਤਾਂ ਪੰਜਾਬੀ ਨੇ ਬਚਣਾ ਔਰ ਉਹਦਾ ਇਹਤਰਾਮ ਪੈਦਾ ਹੋਣਾ ਹੈ। ਇਸੇ ਤਰ੍ਹਾਂ ਹੀ ਪੰਜਾਬੀ ਜ਼ਬਾਨ ਸਾਡੀ ਸਫਾਈ ਤੇ ਸਾਡੀ ਅਦਾਲਤੀ ਜ਼ਬਾਨ ਤੇ ਸਰਕਾਰੀ ਜ਼ਬਾਨ ਦਾ ਵੀ ਇਹਨੂੰ ਦਰਜਾ ਦਿੱਤਾ ਜਾਏ, ਤੇ ਤਾਂ ਇਹ ਜਿਹੜੀ ਸਾਡੀ ਸਕਾਫਤ ਹੈ ਇਹ ਬਚਦੀ ਹੈ ਇਨਸ਼ਾਅੱਲਾ। ਭੱਟ ਸਾਹਿਬ, ਸ਼ਾਹ ਸਾਹਿਬ, ਅਸੀਂ ਸਾਰੇ ਦੋਸਤ ਜਿਹੜੇ ਇਸ ਮੂਵਮੈਂਟ ਦਾ ਹਿੱਸਾ ਵਾਂ, ਤੁਹਾਡੇ ਸਾਰੇ ਸੱਜਣਾਂ ਦੇ ਤਾਵਨ ਨਾਲ ਇਹ ਅਸੀਂ ਜਮਾਨ ਆਪਣੀਆਂ ਮੰਗਾਂ ਪੂਰੀਆਂ ਕਰਾਂਗੇ ਇਨਸ਼ਾਅੱਲਾ। ਬਹੁਤ ਸ਼ੁਕਰੀਆ। ਕੱਲ ਇੱਕ ਪ੍ਰੋਗਰਾਮ 'ਚ ਗੱਲ ਹੋ ਰਹੀ ਸੀ ਕਿ ਇਹ ਸ਼ਖਸ ਇਤਨਾ ਖੁਦਦਾਰ ਹੈ ਕਿ ਸਾਨੂੰ ਇਹ ਪਤਾ ਹੀ ਨਹੀਂ ਲੱਗਾ ਅੱਜ ਤੱਕ ਕਿ ਅਮੀਰ ਹੈ ਕਿ ਗਰੀਬ ਹੈ, ਇਤਨਾ ਖੁਦਦਾਰ ਹੈ। ਤੇ ਭੱਟ ਸਾਹਿਬ ਦੇ ਹਵਾਲੇ ਨਾਲ ਮੈਂ ਹਮੇਸ਼ਾ ਇਹ ਆਖਦਾ, ਲੇਕਿਨ ਹੁਣ ਤੇ ਮੈਂ ਹਮਰਾਜ਼ ਹਾਂ, ਹੁਣ ਤੇ ਸੰਗੀ ਹਾਂ, ਹਮਸਫਰ ਹਾਂ, ਸਾਥੀ ਹਾਂ। ਮੈਨੂੰ ਪਤਾ ਹੈ ਕਿ ਪਿਛਲੇ 1.5 ਸਾਲ ਦੇ ਵਿੱਚ ਇੱਕ ਅਮੀਰ ਆਦਮੀ ਆਪਣੀ ਜ਼ਬਾਨ ਦੀ ਖਿਦਮਤ, ਆਪਣੀ ਜ਼ਬਾਨ ਦੀ, ਆਪਣੀ ਬੋਲੀ ਦੀ ਆਬਿਆਰੀ ਕਰਦਿਆਂ ਉਹਨੇ ਆਪਣੀ ਜੇਬ ਚੋਂ ਕੀ ਖਰਚ ਕੀਤਾ, ਕਿਉਂਕਿ ਪਿਛਲੇ 1.5 ਸਾਲ ਤੋਂ ਰੋਜ਼ਵਾਰ ਭੁਲੇਖਾ ਦੇ ਇਸ਼ਤਿਹਾਰ ਬੰਦ ਸਨ। ਹੁਣ ਫਿਰ ਇੱਕ ਵਾਰੀ ਪੰਜਾਬੀ ਬੋਲੀ ਜਿਹੜੀ ਹੈ ਉਹਨੂੰ, ਪੰਜਾਬੀ ਬੋਲੀ ਦੇ ਇਸ ਅਖਬਾਰ ਨੂੰ ਸਰਕਾਰ ਇਸ਼ਤਿਹਾਰ ਦੇ ਰਹੀ ਹੈ ਅਤੇ ਬੜੀ ਅੱਛੀ ਗੱਲ ਹੈ। ਬਹੁਤ ਥੋੜ੍ਹੇ ਦੇ ਰਹੀ ਹੈ, ਬਹੁਤ ਜ਼ਿਆਦਾ ਹੋਣੇ ਚਾਹੀਦੇ ਨੇ। 35 ਵਰ੍ਹੇ ਦੇ ਇਸ ਸਫ਼ਰ, 35 ਵਰ੍ਹੇ ਦੀ ਇਸ ਤਹਿਰੀਕ ਔਰ 35 ਵਰ੍ਹੇ ਦੇ ਇਸ ਅਖਬਾਰ ਦਾ ਨਾਮ ਮੁਦੱਸਰ ਇਕਬਾਲ ਭੱਟ ਹੈ। ਇਹ ਅਖਬਾਰ, ਮੈਂ ਤਾਂ ਕੱਲ੍ਹ ਵੀ ਇਹ ਗੱਲ ਭੱਟ ਸਾਹਿਬ ਨਾਲ ਇਹ ਮੁਹੱਬਤ ਸਾਂਝੀ ਕਰਦਾ ਰਹਿਣਾ ਕਿ ਭੱਟ ਸਾਹਿਬ 70 ਵਰ੍ਹੇ ਦੇ ਹੋ ਗਏ, ਪਰ ਭੱਟ ਸਾਹਿਬ ਉਹੀ 35 ਵਰ੍ਹਿਆਂ ਦੇ ਨੇ ਜਦੋਂ ਇਹਨਾਂ ਨੇ ਭੁਲੇਖਾ ਸ਼ੁਰੂ ਕੀਤਾ, ਅਤੇ ਅੱਜ ਉਹ 35 ਵਰ੍ਹੇ ਪੂਰੇ ਹੋ ਰਹੇ ਨੇ। 35 ਵਰ੍ਹਿਆਂ ਦੇ ਜਵਾਨ ਮੁਦੱਸਰ ਇਕਬਾਲ ਭੱਟ ਜੀ ਸ਼ਾਲਾ ਇੰਜੀ ਜਵਾਨੀਆਂ ਮਾਣਨ, ਇੰਜੀ ਸਲਾਮਤ ਰਹਿਣ, ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ, ਅਤੇ ਉਹ ਭੁਲੇਖੇ ਜਿਹੜੇ ਕਿ ਪੰਜਾਬੀ ਬੋਲੀ ਮਰ ਜਾਏਗੀ, ਪੰਜਾਬੀ ਬੋਲੀ ਇਬਲਾਗ ਦੀ ਬੋਲੀ ਨਹੀਂ ਹੈ, ਪੰਜਾਬੀ ਬੋਲੀ ਕਾਰੇ ਸਰਕਾਰ ਦੀ ਬੋਲੀ ਨਹੀਂ ਹੈ, ਪੰਜਾਬੀ ਬੋਲੀ ਜਿਹੜੀ ਹੈ ਉਹ ਮਹਿਫਲ ਦੀ ਬੋਲੀ ਨਹੀਂ ਹੈ, ਇਹ ਭੁਲੇਖਾ ਇੰਜੀ ਕੱਢਦੇ ਰਹਿਣ। ਮੈਂ ਬੜੀ ਇਹਤਰਾਮ, ਬੜੀ ਮੁਹੱਬਤ ਨਾਲ ਵੀਰ ਮੁਦੱਸਰ ਇਕਬਾਲ ਭੱਟ ਜੀ ਨੂੰ ਦਾਵਤ ਦੇਵਾਂਗਾ, ਪੰਜਾਬੀ ਜ਼ਬਾਨਾਂ ਦੀ ਤਹਿਰੀਕਾਂ ਦੇ ਮੋਢੀ ਤੇ ਸਾਡਾ ਮਾਣ ਮੁਦੱਸਰ ਇਕਬਾਲ ਭੱਟ ਜੀ। ਬਹੁਤ ਮਸ਼ਕੂਰ ਹਾਂ ਕਾਸਿਮ ਅਲੀ ਫਾਊਂਡੇਸ਼ਨ ਦਾ, ਜਿਨ੍ਹਾਂ ਭੁਲੇਖਾ ਦੇ 35 ਸਾਲ ਮੁਕੰਮਲ ਹੋਣ 'ਤੇ
ਇੱਕ ਤਕਰੀਬ ਦਾ ਪ੍ਰਬੰਧ ਕੀਤਾ। ਕਾਸਿਮ ਅਲੀ ਸ਼ਾਹ ਸਾਹਿਬ ਨਾਲ ਚੂੰਕਿ ਅਸੀਂ ਜਰਨਲਿਸਟ ਹਾਂ ਔਰ ਉਹਨਾਂ ਦੇ ਖਿਆਲਾਤ ਤੋਂ ਅਫਕਾਰ ਤੋਂ ਆਗਾਹ ਸਾਂ, ਉਹਨਾਂ ਨਾਲ ਮੁਲਾਕਾਤ ਨਹੀਂ ਸੀ ਲੇਕਿਨ ਉਹਨਾਂ ਨੂੰ ਪੜ੍ਹਦੇ ਸਾਂ ਔਰ ਸੁਣਦੇ ਵੀ ਸਾਂ। ਸੋ ਸਾਡੇ ਦੋਸਤਾਂ ਦਾ ਖਿਆਲ ਸੀ ਕਿ ਬੇਸ਼ੱਕ ਉਹ ਉਰਦੂ 'ਚ ਲਿਖਦੇ ਨੇ ਔਰ ਉਰਦੂ 'ਚ ਬੋਲਦੇ ਨੇ, ਲੇਕਿਨ ਉਹਨਾਂ ਦੇ ਖਿਆਲਾਤ ਨੂੰ ਪੰਜਾਬੀ 'ਚ ਢਾਲਣਾ ਵੀ ਬਹੁਤ ਜ਼ਰੂਰੀ ਹੈ। ਸੋ ਅਸੀਂ 3-4-5 ਸਾਲ ਪਹਿਲਾਂ ਉਹਨਾਂ ਦੇ ਮਜ਼ਾਮੀਨ ਨੂੰ ਪੰਜਾਬੀ 'ਚ ਢਾਲ ਕੇ ਤੇ ਆਪਣੇ ਅਖਬਾਰ 'ਚ ਛਾਪਣਾ ਸ਼ੁਰੂ ਕੀਤਾ। ਔਰ ਮੈਂ ਸਮਝਦਾ ਕਿ ਸਾਡੇ ਵਾਸਤੇ ਇੱਕ ਇਜ਼ਾਜ਼ ਵਾਲੀ ਗੱਲ ਸੀ ਕਿ ਅਸੀਂ ਇੱਕ ਐਸੇ ਬੰਦੇ ਨੂੰ ਜਿਹਦੀਆਂ ਤਾਲੀਮਾਤ, ਜਿਹਦੇ ਖਿਆਲਾਤ ਮੁਆਸ਼ਰੇ ਵਾਸਤੇ ਇੱਕ ਅੱਛੀ ਹਵਾ ਦਾ ਰੁਖ ਮੁਤਅੱਇਨ ਕਰਦੇ ਨੇ, ਉਹਨਾਂ ਨੂੰ ਅਸੀਂ ਭੁਲੇਖੇ ਛਾਪੀਏ। ਸੋ ਇਹ ਤਾਰਫ ਸੀ ਸਈਦ ਕਾਸਿਮ ਅਲੀ ਸ਼ਾਹ ਸਾਹਿਬ ਨਾਲ ਸਾਡਾ, ਔਰ ਉਸ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਅਤੇ ਮੈਂ ਸਮਝਦਾ ਕਿ ਕਾਸਿਮ ਅਲੀ ਸ਼ਾਹ ਜ਼ਬਾਨੋਂ ਬਿਆਨ ਤੋਂ ਹਟ ਕੇ ਪੰਜਾਬੀ ਦਾ ਉਸ ਪੁੱਤਰ ਹੈ ਜਿਹਦੇ ਅੰਦਰ ਪੰਜਾਬੀ ਜ਼ਬਾਨ ਬਦਰਜਾ ਉੱਤਮ ਮੌਜੂਦ ਹੈ, ਔਰ ਪੰਜਾਬ ਦੇ ਹਵਾਲੇ ਨਾਲ ਉਹਦੇ ਖਿਆਲਾਤ ਯਕੀਨਨ ਸਾਡੇ ਤੋਂ ਮੁਖਤਲਿਫ ਨਹੀਂ, ਔਰ ਉਹਦੇ ਜਜ਼ਬੇ ਵੀ ਪੰਜਾਬੀ ਵਾਸਤੇ ਉਨੇ ਹੀ ਜਵਾਨ ਨੇ ਜਿੰਨੇ ਮੇਰੇ ਤੇ ਘੁੰਮਣ ਸਾਹਿਬ ਦੇ ਨੇ। ਪੰਜਾਬੀ ਜ਼ਬਾਨ ਵੱਲ ਆਉਣਾ ਔਰ ਉਹਦੀ ਤਰਵੀਜ ਵਾਸਤੇ ਕੰਮ ਕਰਨਾ ਯਕੀਨਨ ਇੱਕ ਲੰਮੀ ਕਹਾਣੀ ਹੈ। ਔਰ ਜਿਵੇਂ ਇੱਥੇ ਗੱਲ ਹੋਈ ਕਿ 35 ਸਾਲ ਤੋਂ ਪਹਿਲਾਂ ਵੀ ਇਹਦੇ ਵਾਸਤੇ ਅਸੀਂ ਵਰਕ ਕਰਦੇ ਰਹੇ। ਪੰਜਾਬੀ ਜ਼ਬਾਨ ਮੇਰੇ ਜ਼ਾਤੀ ਖਿਆਲਾਤ ਦੇ ਮੁਤਾਬਕ ਔਲੀਆ ਦੀ ਜ਼ਬਾਨ ਹੈ, ਵਲੀਆਂ ਦੀ ਜ਼ਬਾਨ ਹੈ, ਔਰ ਅਸੀਂ ਇਹਨੂੰ ਹਮੇਸ਼ਾ ਵਲੀਆਂ ਦੀ ਜ਼ਬਾਨ ਸਮਝ ਕੇ ਅੱਗੇ ਟੋਰਨ ਦੀ ਗੱਲ ਕੀਤੀ। ਮੈਂ ਸਮਝਦਾ ਵਾਂ ਕਿ ਇਸ ਜ਼ਬਾਨ 'ਚ ਬਾਬਾ ਫਰੀਦ ਤੋਂ ਲੈ ਕੇ ਬੁੱਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼ ਔਰ ਦੀਗਰ ਸੂਫੀ ਸ਼ੋਰਾ ਨੇ ਜਿੰਨਾ ਅੱਛਾ ਕਲਾਮ ਪੇਸ਼ ਕੀਤਾ, ਜਿੰਨੀ ਅੱਛੀ ਤਾਲੀਮਾਤ ਦਿੱਤੀਆਂ, ਸ਼ਾਇਦ ਉਹ ਕਿਸੇ ਵੀ ਹੋਰ ਜ਼ੁਬਾਨ ਦਾ ਹਿੱਸਾ ਨਹੀਂ। ਔਰ ਇਹੀ ਵਜ੍ਹਾ ਸੀ ਕਿ ਸਾਡਾ ਖਿਆਲ ਨਹੀਂ, ਇਹ ਯਕੀਨ ਸੀ ਕਿ ਅਗਰ ਸਾਡੀ ਨਵੀਂ ਨਸਲ ਆਪਣੀ ਜ਼ਬਾਨ ਤੋਂ ਜਾਣੂ ਹੋਵੇਗੀ, ਆਪਣੀ ਜ਼ਬਾਨ ਤੋਂ ਆਸ਼ਨਾ ਹੋਏਗੀ, ਆਪਣੀ ਜ਼ਬਾਨ ਪੜ੍ਹ ਸਕੇਗੀ, ਤੇ ਉਹ ਬਾਬਾ ਫਰੀਦ ਨੂੰ ਪੜ੍ਹ ਸਕਣਗੇ, ਉਹ ਬੁੱਲੇ ਸ਼ਾਹ ਨੂੰ ਪੜ੍ਹ ਸਕਣਗੇ, ਉਹ ਮੀਆਂ ਮੁਹੰਮਦ ਬਖਸ਼ ਨੂੰ ਪੜ੍ਹ ਸਕਣਗੇ, ਔਰ ਉਹ ਸੁਲਤਾਨ ਬਾਹੂ ਦੇ ਲਾਫਾਨੀ ਕਲਾਮ ਤੋਂ ਆਸ਼ਨਾ ਹੋ ਸਕਣਗੇ। ਔਰ ਮੇਰਾ ਇਸ ਗੱਲ 'ਤੇ ਹੁਣ ਵੀ ਈਮਾਨ ਹੈ ਕਿ ਅਗਰ ਨਵੀਂ ਨਸਲ ਇਹਨਾਂ ਸੂਫੀ ਸ਼ੋਰਾ ਦੇ ਕਲਾਮ ਨੂੰ ਸਮਝਣ ਲੱਗ ਪਵੇ ਤਾਂ ਉਹ ਇਸ ਮੁਆਸ਼ਰੇ ਦੀ ਇੱਕ ਅੱਛੀ ਤਖਲੀਕ ਸਾਬਤ ਹੋ ਸਕਦੇ ਨੇ, ਔਰ ਇਸ ਮੁਆਸ਼ਰੇ ਦੇ ਅੱਛੇ ਫਰਦ ਸਾਬਤ ਹੋ ਸਕਦੇ ਨੇ। ਲਿਹਾਜ਼ਾ ਇਹੀ ਵਜ੍ਹਾ ਸੀ ਕਿ ਅਸੀਂ ਆਪਣੇ ਉਹਨਾਂ ਵਡਕਿਆਂ ਦੀ ਉਸ ਗੱਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਅੱਜ ਤੋਂ 30, 40, 50 ਸਾਲ ਪਹਿਲਾਂ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਉਣ ਦਾ ਸਫ਼ਰ ਸ਼ੁਰੂ ਕੀਤਾ। ਮੇਰੇ ਵਾਸਤੇ ਬਹੁਤ ਹੀ ਕਾਬਲੇ ਇਹਤਰਾਮ ਅਲਿਆਸ ਘੁੰਮਣ ਜੀ ਹੋਣ, ਸ਼ਫਕਤ ਵੀ ਮਿਰਜ਼ਾ ਹੋਵੇ, ਰਾਜਾ ਰਸਾਲੂ ਹੋਵੇ, ਆਸਫ ਖਾਨ ਹੋਵੇ, ਔਰ ਹੁਸੈਨ ਨਕੀ ਜਿਹੇ ਲੋਕ ਜਿਨ੍ਹਾਂ ਯਕੀਨਨ ਪੰਜਾਬੀ ਸਾਫਤ ਦਾ ਆਗਾਜ਼ ਕੀਤਾ। ਅਸੀਂ ਉਹਨਾਂ ਲੋਕਾਂ ਦੇ ਪੈਰਾਂ 'ਤੇ ਪੈਰ ਰੱਖ ਕੇ ਇਹ ਕੋਸ਼ਿਸ਼ ਕੀਤੀ ਕਿ ਪੰਜਾਬੀ ਜ਼ਬਾਨ ਨੂੰ ਉਹ ਮੁਕਾਮ ਹਾਸਲ ਹੋ ਸਕੇ ਜਿਹੜਾ ਉਹਦਾ ਇਸਤਹਿਕਾਕ ਹੈ। ਸੋ ਮੈਂ ਸਮਝਦਾ ਕਿ ਸ਼ਾਇਦ ਉਹਦੇ 'ਚ ਅਸੀਂ 100% ਕਾਮਯਾਬੀ ਹਾਸਲ ਨਹੀਂ ਕੀਤੀ, ਲੇਕਿਨ ਜਿੰਨੇ ਪੈਰ ਪੁੱਟੇ ਨੇ ਉਹਨੇ ਪੈਰ ਅਸੀਂ ਅਗਾਂਹ ਵਧੇ ਹਾਂ। ਮੈਂ ਯਕੀਨ ਰੱਖਣਾ ਵਾਂ ਕਿ ਪਿਛਲੇ 30-40 ਸਾਲਾਂ 'ਚ ਪੰਜਾਬੀ ਨੂੰ ਅਸੀਂ ਆਪਣਾ ਮੁਕਾਮ ਦਿਵਾਉਣ 'ਚ 100% ਨਹੀਂ ਤੇ 25-30-40% ਕਾਮਯਾਬ ਹੋਇਆ। ਪਾਕਿਸਤਾਨ ਬਣਨ ਤੋਂ ਬਾਅਦ ਸਿੰਧੀ ਲਾਗੂ ਕਰਤੀ ਗਈ, ਪਖਤੂਨਖਵਾ 'ਚ ਪਸ਼ਤੋ ਪੜ੍ਹਾਈ ਜਾਣ ਲੱਗ ਪਈ, ਬਲੋਚਿਸਤਾਨ ਬਲੋਚੀ ਪੜ੍ਹਾਈ ਜਾਣ ਲੱਗ ਪਈ, ਬਲਕਿ ਇਸ ਹੱਦ ਤੱਕ ਕਿ ਉੱਥੋਂ ਦਾ ਕੋਈ ਬੱਚਾ ਉਸ ਵਕਤ ਤੱਕ ਮੈਟ੍ਰਿਕ ਨਹੀਂ ਸੀ ਕਰ ਸਕਦਾ ਜਿੰਨਾ ਜਦੋਂ ਸਿੰਧੀ ਜਾਂ ਪਸ਼ਤੋ 'ਚ ਇਮਤਿਹਾਨ ਨਾ ਪਾਸ ਕਰ ਲਵੇ। ਸਾਡੇ ਨਾਲ ਇਹ ਦੁਅਮਲੀ ਹੋਈ ਕਿ ਪਾਕਿਸਤਾਨ ਬਣਨ ਤੋਂ ਬਾਅਦ ਪੰਜਾਬ ਵਿੱਚ ਪੰਜਾਬੀ ਨੂੰ ਤਾਲੀਮ ਦਾ ਜ਼ਰੀਆ ਹੀ ਨਾ ਬਣਾਇਆ ਗਿਆ। ਸੋ ਇਹਦੇ ਵਾਸਤੇ ਮੈਂ ਸਮਝਦਾ ਕਿ ਸਾਡੇ ਵਡਕਿਆਂ ਦੀਆਂ ਕੋਸ਼ਿਸ਼ਾਂ ਬਾਰਾਬਰ ਹੋਈਆਂ, ਔਰ 1970-72 ਜਾ ਕੇ MA 'ਚ ਪੰਜਾਬੀ ਲਾਗੂ ਕੀਤੀ ਗਈ, ਯੂਨੀਵਰਸਿਟੀ 'ਚ ਸ਼ੋਭਾ ਪੰਜਾਬੀ ਬਣਿਆ, ਫਿਰ BA 'ਚ, FA 'ਚ ਔਰ ਮੈਟ੍ਰਿਕ 'ਚ, ਔਰ ਮੈਟ੍ਰਿਕ ਤੋਂ ਬਾਅਦ 6ਵੀਂ ਤੋਂ ਲੈ ਕੇ 10ਵੀਂ ਤੱਕ
ਬਤੌਰ ਇਖਤਿਆਰੀ ਸਬਜੈਕਟ ਦੇ ਪੰਜਾਬੀ ਪੜ੍ਹਾਈ ਜਾਣ ਲੱਗ ਪਈ। ਔਰ ਯਕੀਨਨ ਇਹ ਉਹ ਦੌਰ ਹੈ ਜਿਸ ਦੌਰ 'ਚ ਪੰਜਾਬੀ ਦੀ ਬਿਹਤਰੀ ਦੇ ਅਸਾਰ ਪੈਦਾ ਹੋਏ ਔਰ ਲੋਕਾਂ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ ਪੰਜਾਬੀ ਤੋਂ ਬਿਹਤਰ ਅੰਦਾਜ਼ ਨਾਲ ਆਸ਼ਨਾ ਜਾ ਸਕੇ। ਯਕੀਨਨ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕੇ, ਅਜੇ ਬਹੁਤ ਸਾਰਾ ਪੈਂਡਾ ਕਰਨਾ ਬਾਕੀ ਹੈ। ਪੰਜਾਬੀ ਉਦੋਂ ਹੀ ਆਪਣਾ ਮੁਕਾਮ ਹਾਸਲ ਕਰੇਗੀ ਜਦੋਂ ਪੰਜਾਬੀ ਵਾਰਕਾਰ ਦੀ ਜ਼ਬਾਨ ਬਣੇਗੀ, ਜਦੋਂ ਪੰਜਾਬੀ ਸੁਰਾਂ ਦੀ ਜ਼ਬਾਨ ਬਣੇਗੀ, ਪੰਜਾਬੀ ਅਦਾਲਤਾਂ ਦੀ ਜ਼ਬਾਨ ਬਣੇਗੀ ਔਰ ਪੰਜਾਬੀ ਕਾਰੋਬਾਰ ਦੀ ਜ਼ਬਾਨ ਬਣੇਗੀ। ਮੈਂ ਸਮਝਦਾ ਕਿ ਅਸੀਂ ਅਗਰ ਆਪਣੀ ਇਸੇ ਲਗਨ ਵਿੱਚ, ਆਪਣੀ ਇਸੇ ਮਿਹਨਤ ਵਿੱਚ ਇਸੇ ਤਰ੍ਹਾਂ ਲੱਗੇ ਰਹੇ ਔਰ ਸਾਡੇ ਕਾਇਦੀਨ ਇਸੇ ਤਰ੍ਹਾਂ ਪੰਜਾਬੀ ਜ਼ਬਾਨ ਦੀ ਅਫਾਦੀਅਤ ਤੋਂ ਸਰਕਾਰਾਂ ਨੂੰ ਅਗਾਹ ਕਰਨ 'ਚ ਕਾਮਯਾਬ ਹੋਏ ਤੇ ਉਹ ਦਿਨ ਦੂਰ ਨਹੀਂ ਕਿ ਪੰਜਾਬੀ ਸਕੂਲਾਂ ਦਾ ਹਿੱਸਾ ਬਣੇਗੀ, ਪੰਜਾਬੀ ਕਾਲਜਾਂ ਦੀ ਜ਼ਬਾਨ ਬਣੇਗੀ। ਔਰ ਮੇਰਾ ਇਸ ਗੱਲ ਤੇ ਕਵੀ ਈਮਾਨ ਹੈ ਕਿ ਅਗਰ ਨਵੀਂ ਨਸਲ ਪੰਜਾਬੀ ਪੜ੍ਹਨ ਲੱਗ ਪਈ ਤੇ ਉਹ ਬੁੱਲੇ ਨੂੰ ਪੜ੍ਹੇਗੀ, ਉਹ ਵਾਰਿਸ ਨੂੰ ਪੜ੍ਹੇਗੀ, ਉਹ ਸੁਲਤਾਨ ਬਾਹੂ ਨੂੰ ਪੜ੍ਹੇਗੀ, ਉਹ ਬਾਬਾ ਫਰੀਦ ਨੂੰ ਪੜ੍ਹੇਗੀ, ਉਹ ਖਾਜਾ ਫਰੀਦ ਨੂੰ ਪੜ੍ਹੇਗੀ ਤੇ ਉਹ ਇੱਕ ਅੱਛੀ ਕੌਮ ਦੇ ਤੌਰ ਤੇ ਸਾਹਮਣੇ ਆਉਣਗੇ। ਕਿਉਂਕਿ ਮੈਂ ਸਮਝਦਾ ਕਿ ਇਹਨਾਂ ਸੂਫੀ ਸ਼ੁਰਾ ਦਾ ਕਲਾਮ ਜਾਂ ਪੰਜਾਬੀ ਜ਼ੁਬਾਨ ਜਿਨ੍ਹਾਂ ਵੀ ਅਦਬ ਤਖਲੀਕ ਹੋਇਆ ਉਹਦੀ ਤਾਲੀਮਾਤ ਬਿਹਤਰੀਨ ਇਨਸਾਨੀਅਤ ਦੀ ਮਿਰਾਜ ਨੇ ਔਰ ਇਸ ਮੁਆਸ਼ਰੇ ਨੂੰ ਇੱਕ ਅੱਛਾ ਮੁਆਸ਼ਰਾ ਬਣਾਉਣ ਵਾਸਤੇ ਉਹ ਤਾਲੀਮਾਤ ਬਹੁਤ ਜ਼ਰੂਰੀ ਨੇ ਜਿਹਦੀ ਅਗਾਈ ਸਾਨੂੰ ਸਾਡੇ ਵਡਕਿਆਂ ਦਿੱਤੀ। ਸੋ ਅੱਜ ਦੀ ਇਸ ਤਕਰੀਬ ਦੇ ਜਿੱਥੇ ਅਸੀਂ ਕਾਸਿਮ ਅਲੀ ਸ਼ਾਹ ਫਾਊਂਡੇਸ਼ਨ ਦੇ ਮਸ਼ਕੂਰ ਤੇ ਮਮਨੂਨ ਹਾਂ, ਉੱਥੇ ਅਸੀਂ ਇਹ ਵੀ ਤਵੱਕੋ ਰੱਖਦੇ ਹਾਂ ਕਿ ਐਸੇ ਇਦਾਰੇ ਜਿਹੜੇ ਰਾਏ ਆਮਾ ਹਮਵਾਰ ਕਰਨ 'ਚ ਆਪਣਾ ਕਿਰਦਾਰ ਅਦਾ ਕਰਦੇ ਨੇ ਉਹ ਪੰਜਾਬੀ ਜ਼ਬਾਨ ਲਈ ਵੀ ਆਪਣੀ ਰਾਏ ਇਸਤੇਮਾਲ ਕਰਨ, ਪੰਜਾਬੀ ਜ਼ਬਾਨ ਦੀ ਬਿਹਤਰੀ ਲਈ ਉਹਨੂੰ ਜ਼ਰੀਆ ਤਾਲੀਮ ਬਣਾਉਣ ਲਈ ਵੀ ਆਪਣਾ ਕਿਰਦਾਰ ਅਦਾ ਕਰਨ। ਔਰ ਮੈਂ ਸਮਝਦਾ ਕਿ ਇਸ ਸਿਲਸਿਲੇ 'ਚ ਕਾਸਿਮ ਅਲੀ ਸ਼ਾਹ ਫਾਊਂਡੇਸ਼ਨ ਸਾਡੇ ਨਾਲ ਟੁਰੇਗੀ ਔਰ ਟੁਰਨ ਨੂੰ ਤਿਆਰ ਹੈ। ਔਰ ਅਸੀਂ ਇਹਦਾ ਅਮਲੀ ਤੌਰ 'ਤੇ ਦੇਖਿਆ ਵੀ ਹੈ ਕਿ ਕਾਸਿਮ ਅਲੀ ਸ਼ਾਹ ਦੇ ਅੰਦਰ ਉਹ ਜਜ਼ਬਾ ਮੌਜੂਦ ਹੈ ਜਿਹੜਾ ਇੱਕ ਕੱਟੜ ਅਤੇ ਸੁੱਚੇ ਪੰਜਾਬੀ ਦੇ ਅੰਦਰ ਮੌਜੂਦ ਹੁੰਦਾ ਹੈ। ਮੈਂ ਉਹਨਾਂ ਦੀ ਕਿਤਾਬ ਨੂੰ ਕੰਪਾਈਲ ਕੀਤਾ ਅੰਦਰ ਪਾਪੜ ਬਾਲ ਔਰ ਮੈਂ ਸਮਝਦਾ ਕਿ ਇਹ ਵੀ ਇੱਕ ਅੱਛਾ ਅਮਲ ਹੈ ਕਿ ਉਹਨਾਂ ਦੀ ਪਬਲੀਕੇਸ਼ਨ 'ਚ ਇੱਕ ਪੰਜਾਬੀ ਕਿਤਾਬ ਦਾ ਇਜ਼ਾਫਾ ਹੋਇਆ ਔਰ ਉਹ ਮਜ਼ਾਮੀਨ ਉਹਦੇ ਸ਼ਾਮਲ ਕੀਤੇ ਗਏ ਨੇ ਜਿਹੜੇ ਇਸ ਮੁਆਸ਼ਰੇ ਦੀ ਭਲਾਈ ਵਾਸਤੇ, ਆਮ ਨਸਲ ਦੀ ਬਿਹਤਰੀ ਵਾਸਤੇ ਸਾਬਤ ਹੋਣ। ਸੋ ਮੈਂ ਸਮਝਦਾ ਕਿ ਅਸੀਂ ਬਹੁਤ ਪੁਰ ਉਮੀਦ ਹਾਂ ਇਸ ਗੱਲ 'ਚ ਕਿ ਪੰਜਾਬੀ ਪੜ੍ਹੀ ਜਾਏਗੀ, ਪੰਜਾਬੀ ਸਕੂਲਾਂ 'ਚ ਲਾਗੂ ਹੋਏਗੀ, ਪੰਜਾਬੀ ਜ਼ਰੀਆ ਤਾਲੀਮ ਬਣੇਗੀ, ਪੰਜਾਬੀ ਵਾਰਕਾਰ ਦੀ ਜ਼ਬਾਨ ਬਣੇਗੀ, ਪੰਜਾਬੀ ਕਾਰੋਬਾਰ ਦੀ ਜ਼ਬਾਨ ਬਣੇਗੀ, ਪੰਜਾਬੀ ਅਦਾਲਤਾਂ ਦੀ ਜ਼ਬਾਨ ਬਣੇਗੀ ਔਰ ਫਿਰ ਅਸੀਂ ਇਸ ਮੁਆਸ਼ਰੇ 'ਚ ਪੰਜਾਬੀ ਨੂੰ ਪਨਪਦਾ ਔਰ ਪੰਜਾਬੀ ਦੇ ਸੂਫੀ ਸ਼ੁਰਾ ਦੇ ਕਲਾਮ ਨੂੰ ਲੋਕਾਂ ਤੱਕ ਪਹੁੰਚਦਾ ਵੇਖਾਂਗੇ, ਜਿਹਦੇ ਨਾਲ ਇਹ ਮੁਆਸ਼ਰਾ ਤਬਦੀਲ ਹੋਏਗਾ ਔਰ ਇੱਕ ਅੱਛੇ ਮੁਆਸ਼ਰੇ 'ਚ ਬਦਲੇਗਾ। ਇਨਸ਼ਾਅੱਲਾ ਅਸੀਂ ਇਸ ਉਮੀਦ ਨਾਲ ਇਜਾਜ਼ਤ ਚਾਹਾਂਗਾ। ਅੱਲਾਹ ਤਾਲਾ ਸਾਨੂੰ ਇਸ ਮੰਜ਼ਿਲ 'ਚ ਕਾਮਯਾਬੀ ਤੇ ਰਹਿਨੁਮਾਈ ਫਰਮਾਏ। ਭੁਲੇਖਾ ਦਾ ਬੁਨਿਆਦੀ ਮਕਸਦ ਪੰਜਾਬੀ ਜ਼ਬਾਨ ਦੀ ਪ੍ਰਮੋਸ਼ਨ, ਪੰਜਾਬੀ ਜ਼ਬਾਨ ਦੀ ਬਕਾ ਦੀ ਜੰਗ ਲੜਨਾ ਹੈ ਔਰ ਇਨਸ਼ਾਅੱਲਾ ਅਸੀਂ ਉਹ 35 ਸਾਲ ਤੋਂ ਲੜ ਰਹੇ ਹਾਂ ਔਰ ਅੱਲਾਹ ਤਾਲਾ ਸਾਨੂੰ ਹਿੰਮਤ ਤੇ ਤੌਫੀਕ ਦੇ ਕਿ ਅਸੀਂ ਇਸ ਜੰਗ ਨੂੰ ਕੰਟੀਨਿਊ ਰੱਖੀਏ ਔਰ ਉਸ ਵਕਤ ਤੱਕ ਪੰਜਾਬੀ ਜ਼ਬਾਨ ਲਈ ਆਪਣੀ ਜਿਹਦ, ਆਪਣੀ ਮਿਹਨਤ ਤੇ ਆਪਣੀ ਕੋਸ਼ਿਸ਼ ਨੂੰ ਰਵਾ ਰੱਖੀਏ ਜਦੋਂ ਤੱਕ ਪੰਜਾਬੀ ਆਪਣਾ ਮੁਕਾਮ ਹਾਸਲ ਨਾ ਕਰ ਸਕੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ।